हसने की धौना एक ओंकार सत गुर प्रसाद सलोक महला दूजा। गुरु जी पावने बल मन कोठा तन छत नानक गुर बिन मन का ताक न उगड़े। अगर न कुंजी हथ महला पहला। जिन्हां कोल 22-12 पोथी है जी वो 431 अंक प्रकाश कर लेना। दर्पण पोथी का 9वीं पोथी है और इस 9वीं पोथी का 40 अंक प्रकाश कर लो। जिन्हां कोल शब्दार्थ पोथी है वो 1237 अंक प्रकाश कर लेने जी। पहला ना की जय रागी नानी वेद ना की जय सुरति ज्ञान जोग ना की जय सोगी की रोज ना की जय रूपी माली रंग ना की जय तीर्थ भवे नंग ना पीजै दाती की पुन ना पीजै बाहर बैठिया शुन ना पीजै भेड़ मरै भेड़ सूर ना पीजै केते होवै दूर। लेखा लिखिए मन कै भाए नानक पीजै साजै नाए महला पहला। हाँ जी, इस वार की पहली पौड़ी के नाल संबंधित श्लोक आपां दर्शन कर रहे हैं। सतगुरु गुरु अंगद साहब जी दे इस पहले उच्चारण किए हुए श्लोक विच आप जी देख रहे हो। सतगुरु कहते ने मनुख दा मन मानो कोठा है, एक कमरा है। पाहू निवल माया दी पाह दा इस मन नूं इस कोठे नूं जंदरा लगा होया है। तन छत इस शरीर इस मन कोठे दी छत है। नानक गोर बिन मन का ताक ना उगड़े। ताक का अर्थ है दरवाजा, बूआ। क्योंकि जिहड़ा माया दा जिंदरा लगा आ इस मन नूं वो जिंदरा गुरु कुंजी नाल ही खुलेगा। गुर कुंजी ते महाराज अगे कहंदे गुर बिन मन का ताक ना उगड़े। इस कुंजी तो बिना गुरु तो बिना मन का दरवाजा खुलना नहीं, मन का भेत मन की समझ आउणी नहीं। नाल ही कहते अवर न कुंजी हथ। ये कुंजी किसी होर दे हथ नहीं है, एक कुंजी होर किसी कोल नहीं। एक कुंजी सिर्फ ते सिर्फ गुरु कोल है। गुरु ही इस मन की सारी हालत नूं चंगी तरह जानदा है। मन नूं काबू करन दा तौर तरीका गुरु ही दसदा है, गुरु ही भेत जानदा है। होर किसे कोल इस मन नूं समझण दा, मन नूं वल करन दा, मन नूं काबू करन दा किसे होर कोल कोई तरीका नहीं है। अवर न कुंजी हथ। तो बहुत सारे साडे समाज दे अंदर वो लोग भी मौजूद आ ਜਿਹੜੇ ਬੜੀਆਂ ਸਾਰੀਆਂ ਇਹੋ ਜਿਹੀਆਂ ਭਰਮ ਭੁਲੇਖਿਆਂ ਦੀਆਂ ਗੱਲਾਂ ਦੇ ਵਿੱਚ ਫਸੇ ਹੋਏ ਆ। ਬਹੁਤ ਸਾਰੇ ਉਹ ਅਨਮਤੀ ਮਨਮਤੀ ਡੇਰੇ ਪੰਜਾਬ ਦੇ ਵਿੱਚ ਹੀ ਮੌਜੂਦ ਨੇ, ਜਿਹੜੇ ਡੇਰਿਆਂ ਦੇ ਵਿੱਚੋਂ ਇਹ ਆਵਾਜ਼ਾਂ ਉੱਠਦੀਆਂ ਰਹੀਆਂ ਕਿ ਇੱਥੇ ਤੁਹਾਡਾ ਦਸਮ ਦਵਾਰ ਖੋਲ੍ਹਿਆ ਜਾਂਦਾ ਆ,
ਇੱਥੇ ਤੁਹਾਡੇ ਦਸਮ ਦੁਆਰ ਦੇ ਅਸੀਂ ਦਰਸ਼ਨ ਕਰਾ ਦੇਾਂਗੇ ਵਗੈਰਾ ਵਗੈਰਾ, ਇਹ ਸਾਰਾ ਕੁਝ ਵਾਪਰਦਾ ਆ। ਪਰ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਭਾਈ ਗੁਰੂ ਤੋਂ ਬਿਨਾ ਹੋਰ ਕਿਸੇ ਕੋਲ ਕੁੰਜੀ ਹੈ ਹੀ ਨਹੀਂ। ਔਰ ਇਹ ਅਸੀਂ ਸਾਰੇ ਜਾਣਦੇ ਹਾਂ ਕਿ ਜੇ ਗੁਰੂ ਕੋਲ ਕੁੰਜੀ ਹੈ, ਕੁੰਜੀ ਸਿਰਫ ਗੁਰੂ ਕੋਲ ਹੈ। ਅਵਰ ਨਾ ਕੁੰਜੀ ਹੱਥ, ਅਵਰ ਦਾ ਅਰਥ ਹੈ ਹੋਰ, ਹੋਰ ਕਿਸੇ ਕੋਲ ਕੁੰਜੀ ਨਹੀਂ। ਮੰਨ ਲਓ ਤੁਸੀਂ ਆਪਣੇ ਘਰ ਨੂੰ, ਦਰਵਾਜ਼ੇ ਨੂੰ ਜੰਦਰਾ ਲਾਇਆ ਹੈ, ਕੁੰਜੀ ਤੁਹਾਡੇ ਕੋਲ, ਚਾਬੀ ਤੁਹਾਡੇ ਕੋਲ ਹੈ, ਤੇ ਜੇ ਕੋਈ ਹੋਰ ਬੰਦਾ ਉਸ ਜਿੰਦਰੇ ਨੂੰ ਖੋਲਣ ਦਾ ਯਤਨ ਕਰ ਰਿਹਾ, ਉਹਦੇ 'ਚ ਚਾਬੀ ਲਾ ਰਿਹਾ ਆ, ਤਾਂ ਚੋਰ ਹੀ ਮੰਨਿਆ ਜਾਏਗਾ ਨਾ। ਜੰਦਰਾ ਤੁਸੀਂ ਲਾਇਆ, ਚਾਬੀ ਤੁਹਾਡੇ ਕੋਲ ਹੈ, ਤਾਂ ਜਿਹੜਾ ਦੂਜਾ ਬੰਦਾ ਕੋਈ ਲੱਗਾ ਹੋਇਆ ਜਿੰਦਰਾ ਖੋਲਣ, ਉਹ ਤਾਂ ਚੋਰ ਹੀ ਅਖਵਾਏਗਾ ਨਾ। ਸਤਿਗੁਰੂ ਕਹਿੰਦੇ ਤੁਹਾਡੇ ਮਨ ਦੀ ਕੁੰਜੀ ਗੁਰੂ ਕੋਲ ਹੈ, ਮਨ ਦਾ ਭੇਤ ਗੁਰੂ ਕੋਲੋਂ ਆ ਕੇ ਸਮਝ ਲੱਗੇਗਾ। ਤੇ ਜਿਹੜੇ ਆ ਆਲੇ ਦੁਆਲੇ ਹੋਕੇ ਦੇਣ ਵਾਲੇ ਆ ਕਿ ਤੁਹਾਨੂੰ ਅਸੀਂ ਸਮਝਾ ਦਿਆਂਗੇ, ਤੁਹਾਡਾ ਇਹ ਦਸਮ ਦੁਆਰ ਖੋਲ ਦਿਆਂਗੇ, ਫਿਰ ਇਸ ਤੱਥ ਦੇ ਮੁਤਾਬਕ ਅਵਰ ਨਾ ਕੁੰਜੀ ਹੱਥ ਜਿਹੜੇ ਖੋਲ ਰਹੇ ਨੇ, ਇਹਦਾ ਮਤਲਬ ਚੋਰ ਨੇ ਨਾ। ਫਿਰ ਗੁਰੂ ਤੋਂ ਬਿਨਾ ਜਿਹੜੇ ਬੰਦੇ ਹੋਰ ਇਸ ਕਾਰਜ ਵਿੱਚ ਲੱਗੇ ਹੋਏ ਆ, ਉਹ ਸਾਰੇ ਚੋਰ ਨੇ। ਇਹਨਾਂ ਕੋਲ ਚਾਬੀ ਨਹੀਂ, ਇਹਨਾਂ ਨੂੰ ਅਧਿਕਾਰ ਨਹੀਂ ਕਿ ਇਹ ਆਪਣੇ ਵੱਲੋਂ ਉਸ ਜਿੰਦਰੇ ਨੂੰ ਖੋਲਣ ਦਾ ਯਤਨ ਕਰਨ। ਔਰ ਕਈ ਵਾਰ ਖੋਲਣ ਦੀ ਥਾਂ ਤੇ ਜਿੰਦਰਿਆਂ ਨੂੰ ਉਲਝਾ ਰਹੇ ਨੇ। ਔਰ ਜਿੰਦਰੇ ਨੂੰ ਖੋਲਣ ਦੀ ਥਾਂ ਤੇ ਸਗੋਂ ਉਲਟਾ ਜਿੰਦਰਿਆਂ ਨੂੰ ਉਲਝਾ ਰਹੇ ਨੇ। ਔਰ ਮਹਾਰਾਜ ਕਹਿੰਦੇ ਨੇ, ਨਹੀਂ ਭਾਈ, ਕੁੰਜੀ ਹੋਰ ਕਿਸੇ ਦੇ ਹੱਥ ਵਿੱਚ ਹੈ ਹੀ ਨਹੀਂ। ਔਰ ਦੂਜੇ ਸ਼ਲੋਕ ਦੇ ਆਪ ਜੀ ਦਰਸ਼ਨ ਕਰਦੇ ਹੋ, ਮਹਾਰਾਜ ਜੀ ਨੇ ਕਈ ਸਾਰੇ ਪੱਖ ਇਸ ਸ਼ਲੋਕ ਵਿੱਚ ਵਿਚਾਰੇ, ਕਈ ਸਾਰੇ ਪੱਖ। ਔਰ ਹਰੇਕ ਪੱਖ ਦੇ ਨਾਲ ਸਤਿਗੁਰੂ ਨੇ ਇੱਕ ਸ਼ਬਦ ਦਰਜ ਕੀਤਾ, ਨਾ ਭੀਜੈ। ਨਾ ਭੀਜੇ ਦਾ ਅਰਥ ਹੈ ਨਹੀਂ ਭਿੱਜਦਾ, ਭਾਵ ਪ੍ਰਸੰਨ ਨਹੀਂ ਹੁੰਦਾ, ਉਹ ਤਰੁੱਠਦਾ ਨਹੀਂ, ਖੁਸ਼ ਨਹੀਂ ਹੁੰਦਾ। ਇਹਨਾਂ ਗੱਲਾਂ ਕਰਕੇ, ਜਿਹੜੀਆਂ ਗੱਲਾਂ ਨਾਲ ਨਾਲ ਦਰਜ ਕੀਤੀਆਂ, ਰਾਗੀ ਨਾਦੀ ਵੇਦ, ਰਾਗ, ਨਾਦ, ਆਵਾਜ਼ ਤੇ ਵੇਦ, ਧਾਰਮਿਕ ਗ੍ਰੰਥਾਂ ਦੇ ਪਾਠ ਪਠਨ, ਸੁਰਤੀ ਗਿਆਨ ਜੋਗ, ਸੋਗੀ ਕੀਤਾ ਰੋਜ਼, ਰੋਜ਼ ਸੋਗ ਕਰੋ, ਅਫਸੋਸ ਕਰੋ। ਰੂਪੀ ਮਾਲੀ ਰੰਗ, ਰੂਪ ਮਾਲ ਭਾਵ ਜਿਹੜੀ ਤੁਹਾਡੇ ਕੋਲ ਦੌਲਤ ਹੈ, ਇਹਦੇ ਪਿਆਰ ਵਿੱਚ। ਤੀਰਥ ਭਵਿਆ ਨੰਗ, ਤੁਸੀਂ ਨਿਰਵਸਤਰ ਹੋ ਕੇ ਤੀਰਥਾਂ ਦੇ ਉੱਤੇ ਭਰਮਦੇ ਰਹੋ, ਤੀਰਥਾਂ ਦਾ ਰਟਨ ਕਰਦੇ ਰਹੋ। ਦਾਤੀ ਕੀਤਾ ਪੁੰਨ, ਵੱਧ ਤੋਂ ਵੱਧ ਦਾਤਾਂ ਦਾ ਪੁੰਨ ਕੀਤਾ ਜਾਏ। ਪੁੰਨ ਕਰਨ ਨਾਲ ਵੀ ਮਹਾਰਾਜ ਕਹਿੰਦੇ ਨਾ ਭੀਜੈ। ਬਾਹਰ ਬੈਠਿਆਂ ਸ਼ੁੰਨ, ਜੇ ਤੁਸੀਂ ਅਫੁਰ ਅਵਸਥਾ ਦੇ ਵਿੱਚ ਕਿਸੇ ਥਾਂ ਤੇ ਇਕਾਂਤ ਵਿੱਚ ਸ਼ੁੰਨ ਹੋ ਕੇ, ਸ਼ੂਨਿਆ ਹੋ ਕੇ, ਐ ਸਮਾਧੀ ਲਾ ਕੇ ਆਪਣੇ ਫੁਰਨੇ ਰੋਕ ਕੇ ਬਹਿ ਜਾਓ, ਤਾਂ ਵੀ ਕਹਿੰਦੇ ਇਦਾਂ ਵੀ ਅਕਾਲ ਪੁਰਖ ਪ੍ਰਸੰਨ ਨਹੀਂ ਹੁੰਦਾ। ਭੇੜ ਮਰੈ ਭਿੜ ਸੂਰ, ਜੰਗ ਦੇ ਮੈਦਾਨ ਦੇ ਅੰਦਰ ਭਿੜ ਕੇ ਮਰ ਜਾਓ, ਜੰਗ ਕਰਦਿਆਂ ਪ੍ਰਾਣ ਤਿਆਗ ਦਿਓ, ਕਹਿੰਦੇ ਇਦਾਂ ਵੀ ਕੋਈ ਰੱਬ ਦੀ ਖੁਸ਼ੀ ਵਾਲਾ ਮਸਲਾ ਨਹੀਂ। ਕਿਤੇ ਹੋਵੇ ਧੂੜ, ਜੇ ਤੁਸੀਂ ਧੂੜ ਹੀ ਹੋਏ ਰਹੋ, ਸਾਰਿਆਂ ਦੀ ਧੂੜ ਹੀ ਹੋਏ ਰਹੋ, ਕਹਿੰਦੇ ਇਹ ਵੀ ਕੋਈ ਤਰੀਕਾ ਨਹੀਂ ਰੱਬ ਨੂੰ ਰਿਝਾਉਣ ਦਾ। ਲੇਖਾ ਲਿਖੀ ਹੈ ਮਨ ਕੈ ਭਾਏ, ਭਾਈ ਜੇ ਤੁਸੀਂ ਅਕਾਲ ਪੁਰਖ ਨੂੰ ਪ੍ਰਸੰਨ ਕਰਨਾ ਚਾਹੁੰਦੇ ਹੋ, ਅਕਾਲ ਪੁਰਖ ਦੀ ਖੁਸ਼ੀ ਚਾਹੁੰਦੇ ਹੋ, ਲੇਖਾ ਲਿਖੀ ਹੈ ਮਨ ਕੈ ਭਾਏ, ਮਨ ਨੂੰ ਪਿਆਰ ਵਿੱਚ ਲਿਆਓ। ਮਨ ਦੇ ਪਿਆਰ ਨਾਲ ਤੁਸੀਂ ਅਕਾਲ ਪੁਰਖ ਜੀ ਦੇ ਨਾਮ ਦਾ ਲੇਖਾ, ਅਕਾਲ ਪੁਰਖ ਜੀ ਦੇ ਗੁਣਾਂ ਦਾ ਲੇਖਾ ਆਪਣੇ ਜੀਵਨ ਵਿੱਚ ਲਿਖੋ। ਨਾਨਕ ਭੀਜੈ ਸਾਚੈ ਨਾਏ, ਹੇ ਨਾਨਕ ਉਹ ਭਿੱਜ ਜਾਂਦਾ ਆ ਸਾਚੈ ਨਾਏ, ਸੱਚੇ ਨਾਮ ਰਾਹੀਂ, ਸੱਚੇ ਨਾਮ ਦੁਆਰਾ। ਸੋ ਮਹਾਰਾਜ ਜੀ ਨੇ ਸਾਡੇ ਬੜੇ ਸਾਰੇ ਇਹਨਾਂ ਉਪਦੇਸ਼ਾਂ ਦੇ ਰਾਹੀਂ ਭਰਮ ਭੁਲੇਖੇ ਦੂਰ ਕੀਤੇ ਆ। ਇਹਦੇ 'ਚ ਕੋਈ ਸ਼ੱਕ ਨਹੀਂ
ਕਿ ਆ ਜਿਹੜੇ ਦੂਜੇ ਸ਼ਲੋਕ ਦੇ ਅੰਦਰ ਗੱਲਾਂ ਮਿਥੀਆਂ ਹੋਈਆਂ ਲੋਕ ਕਰ ਰਹੇ ਨੇ ਜਾਂ ਕਰ ਰਹੇ ਸੀ, ਸਤਿਗੁਰੂ ਕਹਿੰਦੇ ਸਦੀਆਂ ਤੋਂ ਕਰਦੇ ਆ ਰਹੇ ਨੇ, ਸਦੀਆਂ ਤੋਂ। ਪਰ ਇਹਦੇ ਨਾਲ ਕੀ ਫਰਕ ਪੈਂਦਾ? ਇਹਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ, ਕੋਈ ਸੁਧਾਰ ਨਹੀਂ ਹੁੰਦਾ, ਕੋਈ ਸਮਾਜ 'ਚ ਤਬਦੀਲੀ ਨਹੀਂ ਆਉਂਦੀ। ਲੱਗੇ ਨੇ ਲੋਕ, ਲੱਗੇ ਹੋਏ ਨੇ। ਅੱਜ ਦੇ ਇਸ ਯੁੱਗ ਦੇ ਅੰਦਰ, ਅੱਜ ਦੇ ਇਸ ਜ਼ਮਾਨੇ ਦੇ ਅੰਦਰ ਵੀ ਤੁਸੀਂ ਦੇਖੋ, ਲੋਕ ਤੀਰਥਾਂ ਤੇ ਨਹਾਉਣ ਜਾਂਦੇ, ਤੀਰਥਾਂ ਤੇ ਨਹਾ ਕੇ ਆ ਤਾਂ ਗਏ, ਲੇਕਿਨ ਬਦਲਿਆ ਤਾਂ ਕੁਝ ਵੀ ਨਹੀਂ। ਤੀਰਥਾਂ ਤੇ ਨਹਾਉਣ ਨਾਲ ਬਦਲਿਆ ਤਾਂ ਕੁਝ ਵੀ ਨਹੀਂ। ਨਾ ਸਾਡੇ ਸੋਚਣ ਦਾ ਢੰਗ ਬਦਲਿਆ, ਨਾ ਸਾਡੇ ਬੋਲਣ ਦਾ ਬਦਲਿਆ, ਨਾ ਵੇਖਣ ਦਾ ਬਦਲਿਆ, ਨਾ ਸਾਡੇ ਵਿਹਾਰ ਦਾ ਢੰਗ ਬਦਲਿਆ, ਨਾ ਸਾਡੇ ਰਹਿਣ ਸਹਿਣ ਦਾ। ਸਾਨੂੰ ਫਰਕ ਤਾਂ ਕੋਈ ਵੀ ਨਹੀਂ ਪਿਆ। ਔਰ ਜੇ ਫਰਕ ਪੈਂਦਾ ਹੈ ਤੇ ਸਿਰਫ ਜਦੋਂ ਗੁਰੂ ਦੀ ਸਿੱਖਿਆ ਨੂੰ ਅਸੀਂ ਮਨ ਤੱਕ ਲੈ ਕੇ ਜਾਂਦੇ ਹਾਂ। ਇਹੋ ਹੀ ਇੱਕ ਤਰੀਕਾ ਹੈ ਜੋ ਸਾਡੇ ਜੀਵਨ ਦੇ ਅੰਦਰ ਤਬਦੀਲੀ ਲੈ ਕੇ ਆਉਂਦਾ ਹੈ। ਹਾਂਜੀ। ਮਹਿਲਾ ਪਹਿਲਾ। ਨਾਵ ਛੇ ਫਟਕਾ ਕਰੇ ਵਿਚਾਰ, ਨਿਸ ਦਿਨ ਪੁੱਛਰੈ ਭਾਰ 18। ਨਿਸ ਦਿਨ ਪੁੱਛਰੈ ਭਾਰ 18। ਤਿਨ ਵੀ ਅੰਤ ਨ ਪਾਇਆ ਤੋਹਿ, ਨਾਮ ਵਿਹੂਣ ਮੁਕਤ ਕਿਉ ਹੋਏ। ਨਾਭ ਵਸਤ ਬ੍ਰਹਮੈ ਅੰਤ ਨ ਜਾਣਿਆ, ਗੁਰਮੁਖ ਨਾਨਕ ਨਾਮ ਪਛਾਣਿਆ। ਪੌੜੀ। ਆਪੇ ਆਪ ਨਿਰੰਜਨਾ, ਜਿਨ ਆਪ ਉਪਾਇਆ। ਆਪੇ ਖੇਲ ਰਚਾਇਓ ਨ, ਸਭ ਜਗਤ ਸੁਭਾਇਆ। ਤ੍ਰੈ ਗੁਣ ਆਪ ਸਿਰਜਿਆ ਨ, ਮਾਇਆ ਮੋਹ ਵਧਾਇਆ। ਗੁਰ ਪ੍ਰਸਾਦੀ ਉਪਰੇ, ਜਿਨ ਭਾਣਾ ਭਾਇਆ। ਨਾਨਕ ਸੱਚ ਵਰਤਦਾ, ਸਭ ਸੱਚ ਸਮਾਇਆ। ਸ਼ਲੋਕ ਮਹਿਲਾ ਦੂਜਾ। ਆਪ ਉਪਾਏ ਨਾਨਕ, ਆਪੇ ਰੱਖੈ ਵੇਕ। ਮੰਦਾ ਕਿਸਨੂੰ ਆਖੀਐ, ਜਾਂ ਸਭਨਾ ਸਾਹਿਬ ਏਕ। ਸਭਨਾ ਸਾਹਿਬ ਏਕ ਹੈ, ਵੇਖੈ ਧੰਦਾ ਲਾਏ। ਕਿਸੈ ਥੋੜਾ ਕਿਸੈ ਅਗਲਾ, ਖਾਲੀ ਕੋਈ ਨਾਹੀਂ। ਆਵੈ ਨੰਗੇ ਜਾਹੇ ਨੰਗੇ, ਵਿੱਚੇ ਕਰੈ ਵਿਥਾਰ। ਨਾਨਕ ਹੁਕਮ ਨਾ ਜਾਣੀਐ, ਅੱਗੇ ਕਾਈ ਕਾਰ। ਮਹਿਲਾ ਪਹਿਲਾ। ਜਿਨ ਸਥਾਪ ਜੀਆਂ ਕੋ ਭੇਜੈ, ਜਿਨ ਸਥਾਪ ਲੈ ਜਾਵੈ। ਆਪੇ ਥਾਪ ਉਥਾਪੈ ਆਪੇ, ਏਤੇ ਵੇਸ ਕਰਾਵੈ। ਜੇਤੇ ਜੀ ਫਿਰੈ ਹਉ ਧੂਤੀ, ਆਪੇ ਲਿਖਿਆ ਪਾਵੈ। ਲੇਖੈ ਬੋਲਣ ਲੇਖੈ ਚੱਲਣ, ਕਾਇਕ ਕੀਚੈ ਦਾਵੇ। ਮੂਲ ਪਰਮਾਤਮ ਪਰਵਾਣਾ ਇਹੋ, ਨਾਨਕ ਆਖ ਸੁਣਾਏ। ਕਰਨੀ ਉੱਪਰ ਹੋਏ ਤਪਾਵਸ, ਜੇ ਕੋ ਕਹੈ ਕਹਾਏ। ਬਿਲਕੁਲ, ਕਰਨੀ ਉੱਪਰ ਹੋਏ ਤਪਾਵਸ। ਕਰਨੀ ਕਿਰਦਾਰ, ਕਰੈਕਟਰ। ਤਪਾਵਸ ਦਾ ਅਰਥ ਹੈ ਨਿਰਣਾ, ਨਿਆਂ, ਫੈਸਲਾ, ਨਬੇੜਾ। ਕਰਨੀ ਉੱਪਰ ਹੋਏ ਤਪਾਵਸ, ਆਖਰ ਫੈਸਲਾ ਕਰਨੀ ਦੇ ਉੱਤੇ ਆ ਕੇ ਹੋਏਗਾ, ਕਿਰਦਾਰ ਤੇ, ਕਰੈਕਟਰ ਦੇ ਉੱਤੇ। ਬਾਕੀ ਗੱਲਾਂ ਸਾਰੀਆਂ ਇੱਧਰ ਉੱਧਰ ਹੋ ਜਾਣਗੀਆਂ। ਸਭ ਤੋਂ ਜ਼ਰੂਰੀ ਜਿਹੜਾ ਗੁਰਮਤਿ ਨੇ ਕਰਾਰ ਦਿੱਤਾ ਹੈ, ਮਹਾਰਾਜ ਕਹਿੰਦੇ ਨੇ ਸਾਰੀਆਂ ਹੀ ਗੱਲਾਂ ਥੱਲੇ ਨੇ, ਸਾਰੀਆਂ ਹੀ ਥੱਲੇ ਨੇ। ਅਸੀਂ ਪਿਛਲੇ ਸ਼ਲੋਕ 'ਚ ਵੀ ਵੇਖਿਆ, ਨਿਰਵਸਤਰ ਹੋ ਕੇ ਤੀਰਥਾਂ ਤੇ ਜਾਣਾ, ਧਾਰਮਿਕ ਗ੍ਰੰਥਾਂ ਦੇ ਪਾਠ ਪਠਣ, ਅਫੁਰ ਅਵਸਥਾ ਦੇ ਵਿੱਚ ਸਮਾਧੀਆਂ ਲਾਉਣੀਆਂ, ਇਹ ਜਿੰਨਾ ਕੁਝ ਵੀ ਅਸੀਂ ਪਿਛਲੇ ਸ਼ਲੋਕ 'ਚ ਵੇਖਿਆ। ਔਰ ਇੱਕੇ ਤੁਕ ਨੂੰ ਅਸੀਂ ਧਿਆਨ 'ਚ ਰੱਖੀਏ। ਵੇਖੋ ਮਹਾਰਾਜ ਨੇ ਕਿੱਡਾ ਸੋਹਣਾ ਨਿਬੇੜਾ ਦਿੱਤਾ। ਜਿਵੇਂ ਇੱਥੇ ਅਸੀਂ ਵੇਖ ਰਹੇ ਹਾਂ ਨਾ, ਕਰਨੀ ਉੱਪਰ ਹੋਏ ਤਪਾਵਸ।
ਔਰ ਮਹਾਰਾਜ ਬਾਣੀ ਚ ਆਖਦੇ ਨੇ ਸੱਚੋਂ ਉਰੈ ਸਭ ਕੋ ਉੱਪਰ ਸੱਚ ਆਚਾਰ। ਸੱਚੋਂ ਉਰੈ ਸਭ ਕੋ, ਸੱਚ ਤੋਂ ਉਰਾ ਪਿੱਛੇ ਪਿੱਛੇ ਤਾਂ ਸਭ ਕੋਈ ਹੈਗਾ, ਜਿੰਨਾ ਕੁਝ ਤੁਸੀਂ ਗਿਣਨਾ ਗਿਣ ਸਕਦੇ ਹੋ। ਪਰ ਜੇ ਸਹੀ ਅਰਥਾਂ ਵੱਲ ਜਾਣਾ ਹੈ ਤਾਂ ਉੱਪਰ ਸੱਚ ਆਚਾਰ। ਇਹਨਾਂ ਸਾਰਿਆਂ ਤੋਂ ਉੱਤੇ ਜੇ ਕੋਈ ਗੱਲ ਹੈ ਤੇ ਉਹ ਹੈ ਸੱਚ ਦਾ ਕਿਰਦਾਰ, ਉਹ ਹੈ ਸੱਚ ਦਾ ਕਰੈਕਟਰ। ਇਹਦੇ ਤੋਂ ਅੱਗੇ ਪਿੱਛੇ ਹੋਰ ਕੋਈ ਗੱਲ ਗੁਰੂ ਪ੍ਰਵਾਨ ਨਹੀਂ ਕਰਦਾ। ਸਤਿਗੁਰੂ ਇਹਦੇ ਤੋਂ ਅੱਗੇ ਪਿੱਛੇ ਹੋਰ ਕੋਈ ਗੱਲ ਪ੍ਰਵਾਨ ਨਹੀਂ ਕਰਦਾ। ਪਰ ਸਾਨੂੰ ਮਹਾਰਾਜ ਨੇ ਇੱਕ ਵਾਰ ਨਹੀਂ ਬੇਅੰਤ ਵਾਰ ਇਹਨਾਂ ਗੱਲਾਂ ਵੱਲ ਧਿਆਨ ਦਿਵਾਇਆ ਕਿ ਭਲਿਓ ਧਰਮ ਕਰਮ ਜਿੰਨੇ ਮਰਜ਼ੀ ਕਰੀ ਜਾਓ, ਜੇ ਧਰਮ ਕਰਮ ਤੁਹਾਡੇ ਜੀਵਨ 'ਚ ਸਥਾਨ ਹੀ ਨਾ ਰੱਖਦੇ, ਧਰਮ ਕਰਮ ਤੁਹਾਡੇ ਸੁਭਾਅ 'ਚ ਤੁਹਾਡੀ ਸੋਚ ਵਿੱਚ ਕੋਈ ਤਬਦੀਲੀ ਨਹੀਂ ਰੱਖਦੇ, ਤਾਂ ਫਿਰ ਇਹ ਧਰਮ ਕਰਮ ਸਿਰਫ ਵਿਖਾਵੇ ਦੇ ਆ। ਇਹ ਧਰਮ ਕਰਮ ਸਿਰਫ ਇਦਾਂ ਦੇ ਹੀ ਆ। ਮਹਾਰਾਜ ਨੌਵੇਂ ਪਾਤਸ਼ਾਹ ਨੇ ਤਾਂ ਬਹੁਤ ਵਾਰੀ ਵਰਤਿਆ। ਮਹਾਰਾਜ ਕਹਿੰਦੇ ਫਿਰ ਇਹ ਧਰਮ ਕਰਮ ਇਦਾਂ ਦੇ ਹੀ ਆ ਜਿਵੇਂ ਹਾਥੀ ਦਾ ਇਸ਼ਨਾਨ, ਪਾਣੀ 'ਚ ਵੜਦਾ ਤੇ ਜ਼ਰੂਰ ਹੈ, ਪਾਣੀ 'ਚ ਵੜ ਕੇ ਨਹਾ ਤੇ ਜ਼ਰੂਰ ਲੈਂਦਾ, ਪਰ ਬਾਹਰ ਨਿਕਲਦਾ ਹੀ ਬਹੁਤ ਸਾਰੀ ਮਿੱਟੀ ਫੇਰ ਆਪਣੇ ਉੱਤੇ ਪਾ ਲੈਂਦਾ। ਕਹਿੰਦੇ ਇਹ ਕੁੰਚਰ ਇਸ਼ਨਾਨ ਹੀ ਹੈ, ਇਹਦੇ ਤੋਂ ਉੱਤੇ ਹੋਰ ਕੁਝ ਨਹੀਂ ਮੰਨਿਆ ਜਾ ਸਕਦਾ। ਔਰ ਸਵਾਦ ਤੇ ਤਾਂ ਆ ਜੇ ਨਹਾਤੇ ਆ ਤਾਂ ਉੱਤੇ ਮਿੱਟੀ ਫਿਰ ਨਾ ਪਵੇ। ਫਿਰ ਇਹੀ ਗੱਲ ਹੈ ਨਾ, ਨਹਾਤੇ ਆ ਤਾਂ ਉੱਤੇ ਮਿੱਟੀ ਨਾ ਪਵੇ। ਜੇ ਅਸੀਂ ਇਸ਼ਨਾਨ ਕੀਤਾ ਆ ਤਾਂ ਸਾਡਾ ਕਰੈਕਟਰ ਜਿਹੜਾ ਆ, ਕਿਰਦਾਰ ਜਿਹੜਾ, ਕਰਨੀ ਆ ਜਿਹੜੀ ਸਾਡੀ, ਉਹ ਸਾਫ਼ ਸੁਥਰੀ ਰਵੇ। ਔਰ ਜਦੋਂ ਅਸੀਂ ਦੁਨੀਆ ਦੇ ਕੰਮਕਾਰਾਂ ਜ਼ਿੰਮੇਵਾਰੀਆਂ 'ਚ ਵਿਚਰਦੇ ਆ ਤਾਂ ਜਿੱਥੇ ਕਿਤੇ ਥੋੜੀ ਬਹੁਤੀ ਮੈਲ ਵੀ ਲੱਗਦੀ ਆ, ਅਸੀਂ ਰੋਜ਼ ਦੀ ਰੋਜ਼ ਇਸ਼ਨਾਨ ਕਰਕੇ ਉਹਨੂੰ ਧੋਂਦੇ ਰਹੀਏ, ਕਰੈਕਟਰ ਸਾਡਾ, ਕਿਰਦਾਰ ਸਾਡਾ ਸਾਫ਼ ਰਵੇ। ਸੋ ਮਹਾਰਾਜ ਨੇ ਸਾਡਾ ਧਿਆਨ ਇਸ ਪਾਸੇ ਦਿਵਾਇਆ। ਅਸੀਂ ਆਪਣਾ ਆਪ ਗੁਰੂ ਦੇ ਹਵਾਲੇ ਕਰਕੇ ਇਸ ਪਾਸੇ ਧਿਆਨ ਜ਼ਰੂਰ ਦਈਏ ਕਿ ਸਭ ਤੋਂ ਉੱਚੀ ਗੱਲ ਕਿਰਦਾਰ ਦੀ ਆ, ਜਿਹੜੀ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਆ ਜੀ। ਔੜੀ ਗੁਰਮੁਖ ਚਲਤ ਰਚਾਇਓਨ, ਗੁਣ ਪ੍ਰਗਟੀ ਆਇਆ, ਗੁਰਬਾਣੀ ਸਦ ਉਚਰੈ, ਹਰ ਮਨ ਵਸਾਇਆ। ਸ਼ਕਤ ਗਈ ਬ੍ਰਹਮ ਕਟਿਆ, ਸ਼ਿਵ ਜੋਤ ਜਗਾਇਆ, ਜਿਨ ਕੈ ਪੋਤੈ ਪੁੰਨ ਹੈ, ਗੁਰ ਪੁਰਖ ਮਿਲਾਇਆ। ਨਾਨਕ ਸਹਿਜੇ ਮਿਲ ਰਹੇ, ਹਰ ਨਾਮ ਸਮਾਇਆ, ਸਲੋਕ ਮਹਿਲਾ ਦੂਜਾ। ਸ਼ਾਹ ਚੱਲੇ ਬਣ ਜਾਰਿਆ, ਲਿਖਿਆ ਦੇਵੈ ਨਾਲ, ਲਿਖੇ ਉੱਪਰ ਹੁਕਮ ਹੋਏ, ਲਈਐ ਵਸਤ ਸੰਭਾਲ। ਵਸਤ ਲਈ ਬਣ ਜਾ ਰਹੀ, ਵਖਰ ਪਤਾ ਪਾਏ, ਈ ਲਾਹਾ ਲੈ ਚੱਲੇ, ਇੱਕ ਚੱਲੇ ਮੂਲ ਗਵਾਏ। ਥੋੜਾ ਕਿਨੈ ਨ ਮੰਗਿਓ, ਕਿਸ ਕਹੀਐ ਸ਼ਾਬਾਸ਼, ਨਦਰ ਤਿਨਾ ਕਉ ਨਾਨਕਾ, ਜੇ ਸਾਬਤ ਲਾਏ ਰਾਸ। ਮਹਿਲਾ ਪਹਿਲਾ। ਜੋੜ ਜੋੜ ਵਿਛੜੇ, ਵਿਛੜ ਜੁੜੇ, ਜੀਵ ਜੀਵ ਮੋਏ, ਮੋਏ ਜੀਵੇ। केत्यां के बाप केत्यां के बेटे केते गुर चेले हुए। आगे पाछे गणत न आवे क्या जाति क्या हुण हुए। सब करना किरत कर लिखिए कर कर करता करे करे। वाह मनमुख मरिय गुरमुख तरिय नानक नदरी नदर करे। पौड़ी। ਹੁਣ ਜਦੋਂ ਅਸੀਂ ਸਤਿਗੁਰੂ ਜੀ ਦੇ ਇਦਾਂ ਦੇ ਕੁਝ ਥੋੜੇ ਜਿਹੇ ਜਿਹੜੇ ਸਾਨੂੰ ਲੱਗ ਰਹੇ ਆ ਕਿ ਔਖੇ ਆ, ਇਹਨਾਂ ਸ਼ਲੋਕਾਂ ਦਾ ਪਾਠ ਕਰਦੇ ਆ ਤਾਂ ਸਾਨੂੰ ਇਦਾਂ ਹੀ ਲੱਗਦਾ ਕਿ ਦੇਖੋ ਜੀ ਪਾਠ ਤਾਂ ਸਾਡੇ ਕੋਲ ਆ ਰਿਹਾ, ਜੁੜ ਜੁੜ ਵਿਛੜੇ ਵਿਛੜ ਜੁੜੇ, ਜੀਵ ਜੀਵ ਮੋਏ ਮੋਏ ਜੀਵੇ। केत्यां के बाप केत्यां के बेटे केते गुर चेले हुए। आगे पाछे गणत न आवे क्या जाति क्या हुण हुए। और सानू सहज एक
ਬਣੇ ਖਿਆਲ ਦੀ ਜਿਹੜੀ ਸਾਡਾ ਖਿਆਲ ਬਣਿਆ ਹੈ ਨਾ, ਉਹਦੀ ਅਸੀਂ ਪ੍ਰੋੜਤਾ ਕਰ ਲੈਂਦੇ ਹਾਂ ਕਿ ਵੇਖੋ ਜੀ ਮਹਾਰਾਜ ਤਾਂ ਕਹਿ ਰਹੇ ਆ ਵੀ ਪਤਾ ਨਹੀਂ ਕਿੰਨਿਆਂ ਦੇ ਅਸੀਂ ਬਾਪ ਬਣੇ, ਕਿੰਨਿਆਂ ਦੇ ਅਸੀਂ ਬੇਟੇ ਬਣੇ, ਕਿੰਨੇ ਗੁਰੂ ਬਣੇ, ਕਿੰਨੇ ਚੇਲੇ ਬਣੇ। ਇੱਥੇ ਤਾਂ ਵੇਖੋ ਲਿਖਿਆ ਜੁੜ ਜੁੜ ਵਿਛੜੇ, ਵਿਛੜ ਜੁੜੇ, ਜੁੜਦੇ ਰਹਿ ਵਿਛੜਦੇ ਰਹਿ, ਵੇਖੋ ਜੀ ਆ ਰਿਹਾ। ਪਰ ਅਸੀਂ ਅਸਲ 'ਚ ਜੇ ਨੀਝ ਨਾਲ ਦੇਖਾਂਗੇ ਨਾ, ਗੁਰਮਤ ਦੇ ਸਾਰੇ ਸੰਦਰਭ ਨੂੰ ਧਿਆਨ 'ਚ ਰੱਖ ਕੇ ਵੇਖਾਂਗੇ ਤਾਂ ਅਸਲ 'ਚ ਜਿਹੜੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਕਰ ਰਹੇ ਆ ਨਾ, ਅਸੀਂ ਉਹਨੂੰ ਧਿਆਨ 'ਚ ਰੱਖੀਏ। ਸਤਿਗੁਰੂ ਸਰੀਰਕ ਤੌਰ ਤੇ ਨਾ ਜੁੜਨ ਦੀ ਗੱਲ, ਨਾ ਵਿਛੜਨ ਦੀ ਗੱਲ, ਸਰੀਰ ਦੀ ਗੱਲ ਨਹੀਂ ਕਰ ਰਹੇ ਕਿ ਸਰੀਰ ਇੱਥੇ ਜੰਮਿਆ ਤੇ ਸਰੀਰ ਮਰ ਗਿਆ ਤੇ ਲਓ ਜੀ ਵਿਛੋੜਾ ਹੋ ਗਿਆ। ਇੱਥੇ ਇਹ ਵਿਚਾਰ ਨਹੀਂ ਸਤਿਗੁਰੂ ਦੇ ਰਹੇ। ਆ ਦੇਖਿਓ ਧਿਆਨ ਨਾਲ, ਸ਼ਬਦਾਂ ਵੱਲ ਧਿਆਨ ਦਿਓ। ਜੋੜ ਜੋੜ ਵਿਛੜੇ, ਵਿਛੜ ਜੁੜੇ, ਜੀਵ ਜੀਵ ਮੋਏ, ਜਿਉਂਦੇ ਸੀ ਮਰ ਗਏ। ਠੀਕ ਹੈ ਜੀ। ਅੱਗੇ ਮੋਏ, ਮਰੇ ਜਿਉਂਦੇ ਹੁੰਦੇ ਆ। ਮਰਿਆ ਤਾਂ ਕੋਈ ਨਹੀਂ ਜਿਉਂਦਾ ਹੁੰਦਾ। ਕਰਤੇ ਦੀ ਕੁਦਰਤ ਦਾ ਇਹ ਨਿਆਂ ਆ, ਜੋ ਮਰ ਗਿਆ ਉਹ ਦੁਬਾਰਾ ਜਿਉਂਦਾ ਨਹੀਂ ਹੋਇਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਜਿਹੜੀ ਵਿਚਾਰ ਦੇ ਰਹੇ ਆ, ਸਾਨੂੰ ਉਸ ਵਿਚਾਰ ਵੱਲ ਧਿਆਨ ਦੇਣ ਲਈ ਸਾਨੂੰ ਬਾਣੀ ਦੇ ਹੋਰ ਪੱਖ ਵੀ ਧਿਆਨ 'ਚ ਰੱਖਣੇ ਪੈਣਗੇ। ਤੇ ਸਤਿਗੁਰੂ ਇੱਥੇ ਵਿਚਾਰ ਸਾਨੂੰ ਇਹ ਦੇ ਰਹੇ ਨੇ ਕਿ ਜਿਹੜੇ ਰੱਬ ਵਾਲੇ ਪਾਸੇ ਜੁੜਦੇ ਆ, ਉਹ ਮਾਇਆ ਵਾਲੇ ਪਾਸਿਓਂ ਵਿਛੜਦੇ ਆ, ਔਰ ਜਿਹੜੇ ਮਾਇਆ ਵੱਲ ਜੁੜਦੇ ਆ ਉਹ ਰੱਬ ਵਾਲੇ ਪਾਸਿਓਂ ਵਿਛੜਦੇ ਆ। ਜਿਹੜੇ ਰੱਬ ਵਾਲੇ ਪਾਸਿਓਂ ਭਾਈ ਟੁੱਟਦੇ ਆ ਉਹ ਮੁਰਦਾ ਹੋ ਜਾਂਦੇ ਆ। ਜਿਹੜੇ ਮਾਇਆ ਵੱਲੋਂ ਟੁੱਟ ਕੇ ਰੱਬ ਵੱਲ ਜੁੜਦੇ ਆ ਉਹ ਜਿਉਂਦੇ ਹੋ ਜਾਂਦੇ ਆ। ਭਾਈ ਇੱਥੇ ਪਤਾ ਨਹੀਂ ਕਿੰਨੇ ਦੁਨੀਆ ਦੇ ਵਿੱਚ ਬਾਪ ਸੀ, ਕਿੰਨੇ ਇੱਥੇ ਬੇਟੇ ਸੀ, ਕਿੰਨੇ ਇੱਥੇ ਗੁਰੂ ਸੀ, ਕਿੰਨੇ ਇੱਥੇ ਚੇਲੇ ਸੀ, ਜਿਹੜੇ ਇਸੇ ਹੀ ਕਿਰਿਆ ਵਿੱਚ ਲੱਗੇ ਰਹੇ। ਜਿਹੜੇ ਮਾਇਆ ਦੇ ਪ੍ਰਭਾਵ ਥੱਲੇ ਕਦੀ ਸੱਚ ਵਾਲੇ ਪਾਸੇ, ਕਦੀ ਦੂਜੇ ਪਾਸੇ, ਇਹ ਡਾਵਾਂ ਡੋਲ ਸਥਿਤੀ ਦੇ ਵਿੱਚ ਪਤਾ ਨਹੀਂ ਕਿੰਨੇ ਪੂਰਾਂ ਦੇ ਪੂਰ। ਮਹਾਰਾਜ ਨੇ ਸ਼ਬਦ ਵਰਤਿਆ, ਆਗੇ ਪਾਛੈ ਗਣਤ ਨਾ ਆਵੇ। ਕੋਈ ਗਿਣਤੀ ਨਹੀਂ, ਪੂਰਾਂ ਦੇ ਪੂਰ ਇੱਥੇ ਇਸੇ ਮਸਲੇ 'ਚ ਖਪ ਗਏ ਨੇ। ਔਰ ਜੁੜਨਾ ਵਿਛੜਨਾ, ਜੁੜਨਾ ਵਿਛੜਨਾ, ਆਪਾਂ ਰੋਜ਼ ਰਹਿਰਾਸ ਦਾ ਪਾਠ ਕਰਦੇ ਹਾਂ। ਰਹਿਰਾਸ ਦਾ ਪਾਠ ਕਰਦੇ ਹਾਂ, ਆਪਾਂ ਨੂੰ ਸਤਿਗੁਰੂ ਜੀ ਦੇ ਇਹ ਬੋਲ ਰੋਜ਼ ਮਿਲਦੇ ਆ। ਇੱਕ ਤਾਂ ਅਸੀਂ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਉ। ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ। ਉਸ ਤੋਂ ਬਾਅਦ ਜਦੋਂ ਅਸੀਂ ਹੋਰ ਅੱਗੇ ਪਾਠ ਕਰਦੇ ਹਾਂ ਤੇ ਸਾਨੂੰ ਇਹ ਪਾਠ ਵੀ ਮਿਲਦਾ ਆ, ਜਦੋਂ ਮਹਾਰਾਜ ਕਹਿੰਦੇ ਨੇ ਭਾਈ ਅਸੀਂ ਸੰਜੋਗ ਵਸ ਗੁਰੂ ਦੇ ਰਾਹੀਂ ਮਿਲ ਗਏ ਤੇ ਵਿਜੋਗ ਭਾਵ ਵਿਛੋੜਾ ਜਦੋਂ ਅਸੀਂ ਮਾਇਆ ਵਾਲੇ ਪਾਸੇ ਹੋਏ ਤਾਂ ਸਾਡਾ ਰੱਬ ਵਾਲੇ ਪਾਸਿਓਂ ਵਿਛੋੜਾ ਵੀ ਪੈਂਦਾ ਆ। ਸੁਖਮਣੀ ਦਾ ਪਾਠ ਕਰਦੇ ਹੋ ਤੇ ਸੁਖਮਣੀ ਦੇ ਪਾਠ ਅੰਦਰ ਵੀ ਸਾਨੂੰ ਐਸਾ ਮਿਲਦਾ ਹੈ। ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਸੱਚਾ ਪਾਤਸ਼ਾਹ ਮਾਰ ਕੇ ਜੀਵਾਲਦਾ ਹੈ। ਮਾਇਆ ਵੱਲੋਂ ਮਾਰ ਦਿੰਦਾ ਹੈ ਔਰ ਸੱਚ ਵਾਲੇ ਪਾਸੇ ਜਿਉਂਦਾ ਕਰ ਲੈਂਦਾ ਹੈ। ਪਰ ਹੁਣ ਇਹਨੂੰ ਵੀ ਸਾਨੂੰ ਧਿਆਨ 'ਚ ਰੱਖਣਾ ਪਊਗਾ। ਮਾਇਆ ਵੱਲੋਂ ਮਾਰ ਕੇ ਸੱਚ ਵੱਲ ਜਿਉਂਦੇ ਕਿਹਨੂੰ ਕਰਦਾ ਹੈ? ਜਿਹਨੇ ਆਪਣਾ ਭਾਂਡਾ ਸਿੱਧਾ ਕੀਤਾ ਆ। ਉਹ ਨਿਰਣਾ ਸਾਨੂੰ ਹੀ ਕਰਨਾ ਪਏਗਾ। ਜੇ ਅਸੀਂ ਅਧਿਕਾਰੀ ਬਣੇ ਆ ਤਾਂ ਅਕਾਲ ਪੁਰਖ ਸੱਚਾ ਪਾਤਸ਼ਾਹ ਸਾਨੂੰ ਮਾਇਆ ਵੱਲੋਂ ਤੋੜ ਕੇ ਸੱਚ ਵਾਲੇ ਪਾਸੇ ਲੈ ਆਉਂਦਾ। ਤੇ ਜੇ ਸਾਡਾ ਇਰਾਦਾ ਨਹੀਂ, ਸਾਡਾ ਮਨ ਨਹੀਂ ਮੰਨਦਾ, ਤਾਂ ਫਿਰ ਸੱਚਾ ਪਾਤਸ਼ਾਹ ਜਿੱਥੇ ਅਸੀਂ ਲੱਗੇ ਆ ਉਸੇ ਪਾਸੇ ਲਾਈ ਰੱਖਦਾ ਹੈ। ਹੁਕਮ ਇਹੀ ਕਹਿੰਦਾ, ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ। ਜੋ ਬੀਜਿਆ ਉਹੀ ਹੋਣਾ ਨਾ, ਫਲ ਉਸੇ ਨੂੰ ਲੱਗਣਾ। ਔਰ ਬੀਜਣ ਦੀ ਜ਼ਿੰਮੇਵਾਰੀ ਸਾਡੀ ਆ। ਅਸੀਂ ਕੀ ਬੀਜ ਗਏ, ਕਿਵੇਂ ਬੀਜ ਗਏ, ਇਹਦੇ ਲਈ ਸਾਨੂੰ ਗੁਰੂ ਅਗਵਾਈ ਦਿੰਦਾ।
ਧੋਖਾ ਨਾ ਖਾਇਓ, ਕਿਤੇ ਭਰਮ ਭੁਲੇਖਿਆਂ 'ਚ ਨਾ ਰਹਿ ਜਿਓ ਭਾਈ। ਗੁਰੂ ਅਗਵਾਈ ਦਿੰਦਾ ਹੈ, ਤੁਸੀਂ ਬੀਜਣਾ ਤਾਂ ਦੇਖੋ ਮਨਹਾਲੀ, ਕਿਰਸਾਣੀ ਕਰਨੀ, ਸ਼ਰਮ ਪਾਣੀ, ਤਨ ਖੇਤ, ਨਾਮ ਬੀਜ, ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਫਿਰ ਆਪਾਂ ਪੜ੍ਹਦੇ ਹਾਂ, ਪੂਰੇ ਕਾ ਕੀਆ ਸਭ ਕਿਛ ਪੂਰਾ। ਪੂਰੇ ਨੇ ਤਾਂ ਸਭ ਕੁਝ ਪੂਰਾ ਹੀ ਬਣਾਇਆ। ਜਪਜੀ ਚ ਪੜ੍ਹਦੇ ਹਾਂ, ਨਾਨਕ ਸੱਚੇ ਕੀ ਸਾਚੀ ਕਾਰ। ਸੱਚੇ ਦੀ ਕਾਰ ਸੱਚੀ ਆ, ਪੂਰੇ ਦਾ ਕੀਤਾ ਸਭ ਕੁਝ ਪੂਰਾ ਆ, ਘੱਟ ਵੱਧ ਕਿਛ ਨਹੀਂ, ਕੁਛ ਵੀ ਵੱਧ ਘੱਟ ਨਹੀਂ ਆ। ਅਸੀਂ ਕਰਤੇ ਦੀ ਕਿਰਤ ਦੇ ਉੱਤੇ ਸਵਾਲ ਨਾ ਲਾਈਏ, ਅਸੀਂ ਸਵਾਲ ਆਪਣੇ ਤੇ ਲਾਈਏ ਕਿ ਸਾਨੂੰ ਸਮਝ ਨਹੀਂ ਲੱਗੀ, ਅਸੀਂ ਕੁਰਾਏ ਪਏ ਹਾਂ। ਅਸੀਂ ਆਪਣੇ ਮੂਲ ਨੂੰ ਪਛਾਣਨ ਵਿੱਚ ਕਿਤੇ ਨਾ ਕਿਤੇ ਕੁਤਾਹੀ ਕੀਤੀ ਆ, ਅਸੀਂ ਇਹ ਮੰਨੀਏ। ਗੁਰੂ ਸਾਨੂੰ ਇਹੀ ਸਮਝਾਉਂਦਾ ਹੈ। ਇੱਕ ਸ਼ਲੋਕ ਆਪਾਂ ਉਦੋਂ ਵੀ ਯਾਦ ਕੀਤਾ ਸੀ, ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਅਵਰ ਜਨਾ, ਅਵਰ ਹੋਰ, ਜਨਾ ਦੂਜਿਆਂ ਨੂੰ, ਦੂਜਿਆਂ ਨੂੰ ਦੋਸ਼ ਨਾ ਦੇ। ਦੂਜਿਆਂ ਨੂੰ ਦੋਸ਼ ਦੇਣਾ ਤੇਰਾ ਬਣਦਾ ਨਹੀਂ। ਔਰ ਜਦੋਂ ਇਸ ਤਰ੍ਹਾਂ ਮਹਾਰਾਜ ਕਹਿ ਰਹੇ ਆ ਨਾ, ਤਾਂ ਸਾਨੂੰ ਸਪਸ਼ਟ ਰੂਪ ਵਿੱਚ ਮਹਾਰਾਜ ਦੇ ਹੁਕਮ ਨੂੰ ਪਛਾਣਨਾ ਚਾਹੀਦਾ ਹੈ ਕਿ ਸੱਚੇ ਪਾਤਸ਼ਾਹ ਕਹਿੰਦੇ ਰੱਬ ਦਾ ਨਹੀਂ ਭਾਈ ਇਹਦੇ 'ਚ ਕੋਈ ਦੋਸ਼, ਗਲਤੀ ਸਾਡੇ ਕੋਲੋਂ ਹੋਈ ਆ, ਗਲਤੀ ਸਾਡੇ ਕੋਲੋਂ ਹੋਈ ਆ। ਸੋ ਇਸ ਸ਼ਲੋਕ ਦੇ ਅੰਦਰ ਵੀ ਸਤਿਗੁਰੂ ਜੀ ਸਾਡਾ ਧਿਆਨ ਇਸੇ ਪਾਸੇ ਦਿਵਾਉਂਦੇ ਆ, ਭਾਈ ਜੁੜ ਜੁੜ ਵਿਛੜੇ, ਵਿਛੜ ਜੁੜੇ, ਜੀਵ ਜੀਵ ਮੋਏ, ਮੋਏ ਜੀਵੇ, केत्यां के बाप केत्यां के बेटे, केते गुर चेले हुए, आगे पाछे गणत न आवे, क्या जाति क्या हुण हुए। हाँ जी, औड़ी मनमुख दूजा भरम है, दूजा लुभाया। ਹੁਣ ਪੌੜੀ 'ਚ ਵੀ ਦੇਖੋ ਤੁਸੀਂ, ਮਨਮੁਖ ਦੂਜਾ ਭਰਮ ਹੈ। ਜਿਹੜਾ ਹੁਣ ਮਨੁੱਖ ਐਸ ਹਾਲਤ ਵਿੱਚ ਖਲੋਤਾ, ਕੀ ਰੱਬ ਵਾਲੇ ਪਾਸੇ ਜਾਏਗਾ? ਕਿਉਂ ਜੀ, ਇਹ ਰੱਬ ਵਾਲੇ ਖਾਤੇ 'ਚ ਪਏਗਾ? ਹੁਣ ਨਹੀਂ ਪੈਣਾ। ਇਹ ਖਲੋਤਾ ਹੀ ਦੂਜੇ ਭਾਵ 'ਚ। ਮਨਮੁਖ ਦੂਜਾ ਭਰਮ ਹੈ, ਦੂਜਾ ਲੋਭਾਇਆ। तो महाराज ने कोई भुलेखे साडे असल च रहन नहीं दिते, पर असी किते ना किते पढ़न च समझण च कुताही करते रहे हैं। और इस पौड़ी नूं ध्यान नाल देखियो जी। हाँ जी, मनमुख दूजा भरम है, दूजा लोभाया, कूड़ कपट कमावंदे, कूड़ो आलाया, पुत्र कलतर मोहित है, सब दुख सबाया, जमदर पत्ते मारियां, भरमै फरमाया, मनमुख जन्म गवाया, नानक हार पाया। श्लोक महला दूजा, जिन वड्याई तेरे नाम की, तेरा ते मन माहे, नानक अमृत एक है, दूजा अमृत नाहे, नानक अमृत मन माहे, पाइया गुर प्रसाद, तिन्ही पीता रंग स्यों, जिनको लिखिया आद। नानक नानक अमृत मने माहे। अमृत किथे आ? मन विच आ। मने माही, मन विच है अमृत।
ਇੱਥੇ ਕਿੱਥੇ ਲਿਖਿਆ ਕਿ ਕਿਸੇ ਦੇ ਪਾਇਆ ਕਿਸੇ ਦੇ ਨਹੀਂ ਪਾਇਆ? ਲਿਖਿਆ ਇੱਥੇ? ਨਹੀਂ ਲਿਖਿਆ, ਕਿਤੇ ਨਹੀਂ ਜ਼ਿਕਰ ਮਿਲਦਾ। ਸਤਿਗੁਰੂ ਜੀ ਨੇ ਆਖਿਆ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਅੰਤਰ ਖੂੰਟਾ ਅੰਮ੍ਰਿਤ ਭਰਿਆ ਸ਼ਬਦੈ ਕਾਢ ਪੀਐ ਪਨਿਹਾਰੀ। ਮਹਾਰਾਜ ਕਹਿੰਦੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਮਨ ਦੇ ਪਿੱਛੇ ਚੱਲਣ ਕਰਕੇ ਕੁਤਾਈ ਹੋ ਰਹੀ, ਮਨ ਦੇ ਪਿੱਛੇ ਚੱਲਣ ਕਰਕੇ। ਹਾਂਜੀ, ਧਾਰਨਾ ਲਾਈਏ ਜੀ। ਅੰਮ੍ਰਿਤ ਮਨੈ ਮਾਹੇ, ਅੰਮ੍ਰਿਤ ਮਨ ਵਿੱਚ ਹੈ। ਨਾਲ ਹੀ ਮਹਾਰਾਜ ਬਖਸ਼ਿਸ਼ ਕਰਦੇ, ਪਾਈਐ ਗੁਰ ਪ੍ਰਸਾਦ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਪਾਈਐ, ਪਾਇਆ ਜਾ ਸਕਦਾ। ਤਾਂ ਹੁਣ ਗੁਰੂ ਦੀ ਕਿਰਪਾ ਕਿੱਦਾਂ ਹੋਏਗੀ? ਸਾਨੂੰ ਸਮਝਣਾ ਪਏਗਾ ਨਾ। ਕੀ ਗੁਰੂ ਵਿਤਕਰਾ ਕਰਦਾ ਹੈ? ਕੀ ਗੁਰੂ ਰੰਗ ਰੂਪ ਵੇਂਦਾ, ਕੱਦ ਕਾਠ ਵੇਂਦਾ? ਕੀ ਗੁਰੂ ਸਾਡੀ ਜਾਤ ਬਰਾਦਰੀ ਵੇਂਦਾ? ਕੀ ਗੁਰੂ ਸਾਡੀ ਅਮੀਰੀ ਗਰੀਬੀ ਵੇਖ ਕੇ ਕਰਦਾ? ਨਹੀਂ, ਬਿਲਕੁਲ ਵੀ ਨਹੀਂ। ਸਤਿਗੁਰੂ ਸਦਾ ਦਇਆਲ ਆ, ਸਦਾ, ਹਰ ਵੇਲੇ। ਸਤਿਗੁਰੂ ਵਿਤਕਰਾ ਕਰਦੇ ਹੀ ਨਹੀਂ। ਸਤਿਗੁਰੂ ਲਈ ਸਾਰੇ ਸਮਾਨ ਨੇ, ਇੱਕੋ ਜਿਹੇ ਨੇ। ਸਤਿਗੁਰੂ ਕਿਰਪਾ ਕਰਦੇ ਆ। ਅਸਲ 'ਚ ਆਪਾਂ ਉਦਣ ਵੀ ਇੱਕ ਵਾਰ ਦਾ ਪਾਠ ਕਰਦੇ ਆ, ਗੌੜੀ ਕੀ ਵਾਰ ਮਹਿਲਾ ਚੌਥਾ। ਉੱਥੇ ਆਪਾਂ ਦਰਸ਼ਨ ਕਰ ਰਹੇ ਸਾਂ, ਔਰ ਦੁਬਾਰਾ ਤੁਸੀਂ ਜਦੋਂ ਕਦੀ ਪਾਠ ਪ੍ਰਕਾਸ਼ ਕਰੋਗੇ, ਘਰੇ ਜਾ ਕੇ ਬੈਠੋਗੇ, ਦੇਖਣਾ ਮਹਾਰਾਜ ਕਹਿੰਦੇ ਗੁਰੂ ਤਾਂ ਆਵਾਜ਼ਾਂ ਮਾਰ ਰਿਹਾ, ਗੁਰੂ ਤਾਂ ਤੁਹਾਨੂੰ ਸਵਾਰ ਦੇਣਾ ਚਾਹੁੰਦਾ ਹੈ ਅਸਲ 'ਚ। ਪਰ ਉੱਥੇ ਗੁਰੂ ਰਾਮਦਾਸ ਲਿਖਦੇ ਨੇ, ਜਾਂ ਗੁਰ ਕਹੈ ਉਠੋ ਮੇਰੇ ਭਾਈ, ਬਹਿ ਜਾਏ ਕੁਸਰ ਬਗੁਲਾਰੇ। ਗੁਰੂ ਕਹਿੰਦਾ ਉਠੋ, ਪਰ ਇਹ ਘੇਸਲ ਮਾਰ ਕੇ ਬਹਿ ਜਾਂਦੇ ਨੇ। ਹੁਣ ਘੇਸਲ ਮਾਰਨੀ ਤੇ ਗੁਰੂ ਨਹੀਂ ਨਾ ਸਿਖਾ ਰਿਹਾ। ਘੇਸਲ ਮਾਰਨੀ ਤੇ ਗੁਰੂ ਨਹੀਂ ਨਾ ਸਿਖਾਉਂਦਾ। ਇਹ ਔਗਣ ਸਾਡਾ ਆਪਣਾ। ਗੁਰੂ ਔਗਣ ਨਹੀਂ ਸਿਖਾਉਂਦਾ, ਗੁਰੂ ਤਾਂ ਗੁਣ ਦਿੰਦਾ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਤੇ ਜੇ ਮੇਰੀਆਂ ਨਹੀਂ ਨਿਕਲੀਆਂ ਤਾਂ ਕੀ ਕਾਰਨ ਹੋ ਸਕਦਾ? ਗੁਰੂ ਤਾਂ ਨਹੀਂ ਨਾ ਕਸਰ ਛੱਡਦਾ, ਇੱਕ ਭੋਰਾ ਵੀ ਨਹੀਂ। ਲਿਬੜੇ ਅਸੀਂ ਖੋਦੇ ਹਾਂ। ਸਾਨੂੰ ਹੀ ਸਭ ਤੋਂ ਪਹਿਲ ਕਰਨੀ ਪਏਗੀ ਕਿ ਅਸੀਂ ਇਹ ਮੈਲ ਤੋਂ ਖਹਿੜਾ ਛਡਾਉਣਾ ਚਾਹੁੰਦੇ ਹਾਂ। ਦਾਤਿਆ ਕਿਰਪਾ ਕਰ, ਅਸੀਂ ਛਡਵਾਉਣਾ ਚਾਹੁੰਦੇ ਹਾਂ, ਤੂੰ ਸਾਡੇ ਤੇ ਕਿਰਪਾ ਕਰਕੇ ਛਡਵਾ ਦੇ। ਇਦਾਂ ਹੀ ਆਊਗਾ ਨਾ। ਉਦਮ ਕਰੋ ਕਰਾਵੋ ਠਾਕੁਰ, ਮੈਂ ਤੁਰਨ ਨੂੰ ਤਿਆਰ ਹਾਂ, ਮੇਰੀ ਬਾਂਹ ਫੜ ਬਸ। ਤੇ ਜੇ ਹੁਣ ਬਾਂਹ ਫੜਨ ਵਾਲਾ ਆਖੇ ਕਿ ਬਾਂਹ ਫੜਾ, ਤੇ ਬਾਂਹ ਫੜਾਉਣ ਵਾਲਾ ਲੰਮੇ ਪਵੇ, ਆਖੇ ਮੈਂ ਜਾਣਾ ਹੀ ਨਹੀਂ, ਮੈਂ ਤੁਰਨਾ ਹੀ ਨਹੀਂ, ਮੈਂ ਆਖੇ ਲੱਗਣਾ ਹੀ ਨਹੀਂ, ਫਿਰ ਕੀ ਕੀਤਾ ਜਾ ਸਕਦਾ? ਕਿੰਨੀ ਕੁ ਚਿਰ ਘੜੀਸੋਗੇ ਉਹਨੂੰ? ਨਿੱਕਾ ਜਿਹਾ ਨਿਆਣਾ ਚੁੱਕ ਦਿਓ, ਹਾਲਾਂਕਿ ਉਹ ਸਾਡੇ ਮੁਕਾਬਲੇ ਤੇ ਬਹੁਤ ਕਮਜ਼ੋਰ ਤੇ ਛੋਟਾ ਆ। ਜੇ ਉਹਦਾ ਇਰਾਦਾ ਹੋਵੇ ਨਾ, ਤੇ ਇਦਾਂ ਵੇਖੋ, ਮਾੜੀ ਜੀ ਅਸੀਂ ਬਾਂਹ ਇਦਾਂ ਕਰਦੇ ਆ ਤੇ ਉਹ ਆਰਾਮ ਨਾਲ ਬੈਠਾ ਰਹਿੰਦਾ। ਪਰ ਜੇ ਉਹਦਾ ਇਰਾਦਾ ਨਾ ਹੋਵੇ, ਦੋਵਾਂ ਬਾਹਾਂ ਨਾਲ ਉਹਨੂੰ ਕੁੱਟੀ ਜਾਓ ਤਾਂ ਵੀ ਵਗਦਾ ਜਾਂਦਾ ਠਾਂ। ਕਿੰਨਾ ਕੁ ਚਿਰ ਉਹਨੂੰ ਤਾਂ ਵਾਰ-ਵਾਰ ਚੁੱਕੋਗੇ? ਕਿੰਨੀ ਕੁ ਦੇਰ ਉਹਨੂੰ ਸੰਭਾਲੋਗੇ? ਆਖਰ ਖਾਸ ਕਰਕੇ ਮਾਵਾਂ ਬਹੁਤਾ ਬੱਚਿਆਂ ਦੇ ਨਾਲ ਰਹਿੰਦੀਆਂ ਨੇ, ਉਹ ਫਿਰ ਜਦੋਂ ਘੜੀ ਮੁੜੀ ਉਹਨੂੰ ਤਾਂ ਚੁੱਕਦੀਆਂ, ਫਿਰ
ਲਮਕਦਾ ਜਾਂਦਾ ਆ, ਜ਼ੋਰ ਲਾਈ ਜਾਂਦਾ ਆ, ਆਖਰ ਉਹਨੂੰ ਥੱਲੇ ਉਤਾਰ ਦਿੱਤਾ ਜਾਂਦਾ ਵੀ ਲੈ ਖੇਡ ਲਾ। ਇਦਾਂ ਹੁੰਦਾ ਨਾ। ਜੇ ਉਹਦਾ ਇਰਾਦਾ ਆ ਤਾਂ ਸਭ ਤੋਂ ਪਹਿਲਾਂ ਆ ਬੱਚੇ ਦਾ ਆਪਣਾ ਇਰਾਦਾ, ਚੁੱਕਣ ਵਾਲੇ ਨੂੰ ਫਿਰ ਜ਼ੋਰ ਨਹੀਂ ਲਾਉਣਾ ਪੈਂਦਾ। ਔਰ ਜੇ ਉਹਦਾ ਇਰਾਦਾ ਨਹੀਂ ਆ ਤਾਂ ਬੱਚੇ ਦਾ ਇਰਾਦਾ ਨਹੀਂ ਆ ਤਾਂ ਚੁੱਕਣ ਵਾਲੇ ਦਾ ਸਾਰਾ ਜ਼ੋਰ ਲੱਗ ਜਾਂਦਾ ਆ। ਉਹ ਜਿੰਨਾ ਮਰਜ਼ੀ ਜ਼ੋਰ ਲਾ ਦੇਵੇ, ਆਖਰ ਤੇ ਉਹਨੂੰ ਨਿਆਣਾ ਥੱਲੇ ਉਤਾਰਨਾ ਹੀ ਪੈਂਦਾ ਆ। ਤਾਂ ਗੁਰੂ ਸਾਨੂੰ, ਮੈਂ ਤਾਂ ਇਦਾਂ ਵੀ ਕਹਿਣਾ ਵੀ ਗੁਰੂ ਸਾਨੂੰ ਬੜੀ ਦੂਰ ਤੱਕ ਧੂ ਘੜੀਸ ਕੇ ਲੈ ਆਇਆ। ਕਿਤੇ ਹੁਣ ਹੀ ਅਸੀਂ ਹਿੰਮਤ ਕਰ ਲਈਏ, ਉੱਠ ਕੇ ਤੁਰ ਪਈਏ ਵੀ ਸੱਚਿਆ ਪਾਤਸ਼ਾਹ ਸਾਨੂੰ ਇੱਥੋਂ ਤੱਕ ਘੜੀਸ ਘੜੂਸ ਕੇ ਲੈ ਆਂਦਾ, ਤੇ ਹੁਣ ਅਸੀਂ ਥੋੜਾ ਜਿਹਾ ਆਪ ਥੋੜੀ ਜਿਹੀ ਹਿੰਮਤ ਕਰੀਏ। ਗੁਰੂ ਸਾਨੂੰ ਬਹੁਤ ਦੂਰ ਤੱਕ ਲਿਜਾਣ ਦੀ ਸਮਰੱਥਾ ਰੱਖਦਾ ਆ, ਪਰ ਹਿੰਮਤ ਸਾਨੂੰ ਆਪ ਹੀ ਕਰਨੀ ਪਏਗੀ। ਮਹਾਰਾਜ ਕਹਿੰਦੇ ਨੇ ਭਾਈ, ਮਨ ਵਿੱਚ ਅੰਮ੍ਰਿਤ ਤੇ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਅੰਮ੍ਰਿਤ ਸਾਰਿਆਂ ਦੇ ਵਿੱਚ ਹੈ, ਕਿਸੇ ਨੂੰ ਖਾਲੀ ਨਹੀਂ ਛੱਡਿਆ, ਕਿਸੇ ਨੂੰ ਖਾਲੀ ਨਹੀਂ ਛੱਡਿਆ। ਸਿੰਚਨਹਾਰ ਹੈ, ਸਿੰਚਨਹਾਰ ਹੈ ਏਕ ਹੈ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਉਹ ਪੱਤੇ ਪੱਤੇ ਦੀ ਖਬਰ ਰੱਖਦਾ ਹੈ। ਇਸ ਬਾਗ ਦਾ ਮਾਲੀ ਹੈ। ਉੱਥੇ ਮਹਾਰਾਜ ਕਹਿੰਦੇ ਨੇ, ਸਗਲ ਬਨਸਪਤ ਆਨ ਜੜਾਈ, ਸਗਲੀ ਫੂਲੀ ਨਿਫਲ ਨਾ ਕਾਈ। ਫਲ ਵੈ ਤਾਂ ਕੋਈ ਵੀ ਨਹੀਂ, ਪਰ ਜੇ ਸਾਡੇ ਪੱਤੇ ਮੁਰਝਾਏ ਜੇ ਨਜ਼ਰ ਆਉਂਦੇ ਆ ਨਾ, ਤਾਂ ਸਾਡੀਆਂ ਜੜ੍ਹਾਂ ਦੇ ਕੀੜੇ ਜਿਹੜੇ ਅਸੀਂ ਆਪ ਸੰਭਾਲ ਕੇ ਰੱਖੇ ਹੋਏ ਆ ਨਾ, ਉਹਦਾ ਕਾਰਨ ਹੈ। ਮਾਲੀ ਵੱਲੋਂ ਨਹੀਂ ਕੋਈ ਕਸਰ ਹੈਗੀ ਜੀ। ਮਹਿਲਾ ਦੂਜਾ, ਕਿੰਨਾ ਕਿਆ ਸਾਲਾਹੀ ਹੈ, ਕਰੇ ਸੋਏ ਸਾਲਾ। ਲਓ ਜੀ, ਕੀਤਾ ਕਿਆ ਸਾਲਾਹੀ ਹੈ। ਕੱਲ ਤੁਸੀਂ ਕਹਿੰਦੇ ਸੀ ਕਿ ਪਾਠ ਕਰ ਦਿੱਤਾ, ਤੁਸੀਂ ਵਿਚਾਰ ਤੋਂ ਗੁਰੇਜ਼ ਕੀਤਾ। ਅੱਜ ਹੁਣ ਜਿੰਨਾ ਸ਼ਲੋਕਾਂ ਦਾ ਪਾਠ ਆ ਰਿਹਾ, ਉਹ ਸਾਰਾ ਹੀ ਧਿਆਨ ਮੰਗਦਾ। ਕੱਲ ਵੀ ਧਿਆਨ ਮੰਗਦਾ ਸੀ, ਕੋਈ ਸ਼ੱਕ ਨਹੀਂ, ਪਰ ਅਸੀਂ ਇੱਕ ਜਿਹੜੀ ਹੱਦ ਮਿੱਥੀ ਸੀ ਉਹਦੇ ਤੋਂ ਤੁਹਾਡੇ ਕੋਲੋਂ ਮੰਗ ਕੇ ਤੁਹਾਡੀ ਰਾਏ ਦੇ ਨਾਲ ਭਾਈ ਅਸੀਂ 5 ਦਿਨ ਅੱਗੇ ਲੈ ਕੇ ਗਏ ਹਾਂ। ਤਾਂ ਆਹ ਜਿਹੜਾ ਸ਼ਲੋਕ ਵੇਖੋ, ਕੀਤਾ ਕਿਆ ਸਾਲਾਹੀ ਹੈ। ਕੀਤਾ ਦਾ ਅਰਥ ਹੈ ਰੱਬ ਦਾ ਪੈਦਾ ਕੀਤਾ ਹੋਇਆ ਬੰਦਾ। ਕੀਤਾ ਰੱਬ ਦਾ ਪੈਦਾ ਕੀਤਾ, ਕਿਆ ਸਾਲਾਹੀ ਹੈ, ਇਹਦੀ ਕੀ ਸਲਾਹਤ ਕਰੀਏ। ਸਾਡੇ ਵਾਂਗ ਹੀ ਜੰਮਿਆ, ਸਾਡੇ ਵਾਂਗ ਹੀ ਇੱਥੇ ਰਹਿ ਰਿਹਾ, ਸਾਡੇ ਵਾਂਗ ਹੀ ਦੁੱਖ ਸੁੱਖ ਸਹਾਰ ਰਿਹਾ, ਸਾਡੇ ਵਾਂਗ ਹੀ ਧੁੱਪ ਛਾਂ ਉਹਦੇ ਉੱਤੇ ਵੀ ਆ ਰਹੀ, ਇਹਨੂੰ ਕੀ ਸਲਾਹੀਏ। ਸਾਨੂੰ ਬੜੀਆਂ ਆਦਤਾਂ ਪੈ ਗਈਆਂ। ਅਸੀਂ ਆਮ ਬੰਦਿਆਂ ਦੇ ਨਾਲ ਵੀ, ਸਤਿਗੁਰੂ ਦੇ ਨਾਲ ਕੁਝ ਸਾਡੀਆਂ ਗੱਲਾਂ ਰਾਖਵੀਆਂ ਆ। ਸਤਿਗੁਰੂ ਜੀ ਦੇ ਪ੍ਰਤੀ ਕੁਝ ਗੱਲਾਂ ਸਾਡੀਆਂ ਰਾਖਵੀਆਂ ਆ। ਗੁਰੂ ਨੂੰ ਅਸੀਂ ਧੰਨ 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 ਕਹਿੰਦੇ ਆ, ਇਹ ਸਾਡਾ ਫਰਜ਼ ਆ। ਇਹ ਗੁਰੂ ਦੀ ਵਡਿਆਈ ਨੂੰ ਮੁੱਖ ਰੱਖ ਕੇ ਕਹਿੰਦੇ ਆ ਅਸੀਂ। ਪਰ ਅਸੀਂ ਧੰਨ ਧੰਨ ਬੰਦਿਆਂ ਨਾਲ ਲਾ ਕੇ, ਧੰਨ ਧੰਨ ਸ੍ਰੀਮਾਨ, ਜੇ ਧੰਨ ਬੰਦਿਆਂ ਨਾਲ ਵੀ ਲਾਵਾਂਗੇ ਫਿਰ ਗੁਰੂ ਨਾਲ ਕੀ ਲਾਵਾਂਗੇ। ਅਸੀਂ ਧੰਨ ਧੰਨ ਤੇ ਹੀ ਨਹੀਂ ਰੁਕੇ, ਅਸੀਂ ਅਖੀਰ ਤੇ ਵਾਅਦਾ ਕਰਦੇ ਹਾਂ। ਉੱਥੇ ਇੱਕ ਹੋਰ ਵਿਸ਼ੇਸ਼ਣ ਲਾਇਆ, ਆਖਿਆ ਮਹਾਰਾਜ। ਧੰਨ ਧੰਨ ਫਲਾਨਾ ਸਿੰਘ ਜੀ ਮਹਾਰਾਜ। ਅੱਛਾ, ਜੇ ਉਹ ਮਹਾਰਾਜ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ। ਸੋਚਣਾ ਪਊਗਾ ਨਾ। ਗੁਰੂ ਦੀ ਬਰਾਬਰੀ ਨਹੀਂ ਹੋ ਸਕਦੀ।
ਨਹੀਂ ਕੋਈ ਕਰ ਸਕਦਾ, ਕਿਸੇ ਹਾਲਤ 'ਚ ਨਹੀਂ ਹੋ ਸਕਦੀ। ਅਸੀਂ ਕੁਝ ਸ਼ਬਦ ਤਾਂ ਜਿਹੜੇ ਸਤਿਗੁਰੂ ਜੀ ਲਈ ਰਾਖਵੇਂ ਆ, ਉਹ ਰਾਖਵੇਂ ਸਤਿਗੁਰੂ ਜੀ ਲਈ ਰੱਖੀਏ ਨਾ, ਅਸੀਂ ਬੰਦਿਆਂ ਲਈ ਨਾ ਵਰਤੀਏ। ਅਸੀਂ ਬੰਦਿਆਂ ਲਈ ਨਾ ਵਰਤੀਏ। ਠੀਕ ਹੈ ਨਾ ਜੀ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ। ਧਿਆਨ ਦਿਓ, ਨਾ ਕੋ ਹੋਆ ਨਾ ਕੋ ਹੋਏ, ਨਾ ਕੋਈ ਹੋਇਆ ਨਾ ਕੋਈ ਹੋਏਗਾ। ਗੁਣ ਇਹੋ, ਗੁਣ ਦੇ ਔਂਕੜ ਲੱਗਾ ਇੱਕ ਗੁਣ। ਵੈਸੇ ਤੇ ਸਤਿਗੁਰੂ ਅਕਾਲ ਪੁਰਖ ਜੀ ਦੇ ਬੇਅੰਤ ਗੁਣ, ਗੁਣਾਂ ਦਾ ਕੋਈ ਅੰਤ ਪੈ ਹੀ ਨਹੀਂ ਸਕਦਾ, ਪਰ ਮਹਾਰਾਜ ਕਹਿੰਦੇ ਨੇ ਗੁਣ ਇਹੋ, ਗੁਣਾਂ ਵਿੱਚੋਂ ਸਭ ਤੋਂ ਵੱਡਾ ਗੁਣ ਉਹਦਾ ਇਹ ਹੈ, ਹੋਰ ਨਾਹੀ ਕੋਏ, ਉਹਦੇ ਵਰਗਾ ਕੋਈ ਹੋਰ ਨਹੀਂ ਆ। ਨਾ ਕੋ ਹੋਆ, ਤੇ ਜਿਹੜੇ ਰੱਬ ਅਸੀਂ ਸਿਰਜ ਕੇ ਘਰਾਂ 'ਚ ਕੰਧਾਂ ਨਾਲ ਲਾ ਰੱਖੇ ਆ, ਉਹਨਾਂ ਬਾਰੇ ਸੋਚਣਾ ਪਊਗਾ ਨਾ। ਪੜ੍ਹੀ ਤੇ ਅਸੀਂ ਰੋਜ਼ ਜਾਂਦੇ ਆ, ਨਾ ਕੋ ਹੋਆ ਨਾ ਕੋ ਹੋਏ, ਤੇ ਜਿਹੜੇ ਉਹ ਲਿਖ ਕੇ ਲਾਏ ਆ, ਜਿਨ੍ਹਾਂ ਦੇ ਅੱਗੇ ਲਾਇਆ ਬ੍ਰਹਮ ਗਿਆਨੀ, ਸ੍ਰੀਮਾਨ, ਸੰਤ, ਧੰਨ ਧੰਨ, ਤੇ ਅਖੀਰ ਤੇ ਮਹਾਰਾਜ, ਤੇ ਉੱਥੇ ਹੀ ਨੇੜੇ ਤੇੜੇ ਬਹਿ ਕੇ ਅਸੀਂ ਪੜ੍ਹੀ ਜਾਂਦੇ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਇਹ ਠੀਕ ਹੈ, ਨਾ ਕੋ ਹੋਆ ਨਾ ਕੋ ਹੋਏ, ਪਰ ਉਹ ਜਿਹੜਾ ਕੰਧ ਨਾਲ ਲੱਗਾ ਉਹ ਕੀ ਆ? ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। 7 ਪੌੜੀਆਂ ਤੇ ਉਲਝਣ ਦੀ ਥਾਂ ਤੇ 8ਵੀਂ ਨਿਰਣੇ ਵਾਲੀ ਪੌੜੀ ਤੇ ਆਣ ਕੇ ਵੇਖੋ ਨਾ ਕੀ ਆ। ਸੱਤਾਂ 'ਚ ਉਲਝਾ ਦਿੱਤਾ। ਆ ਵੇਖੋ ਲਿਖਿਆ ਨਾ, ਇਹ ਕਿਹਦੇ ਲਈ ਲਿਖਿਆ? ਪਰਮੇਸ਼ਰ ਲਈ ਲਿਖਿਆ। ਤੇ ਦੁਬਿਧਾ ਕਾਹਦੀ? ਜੇ ਮੰਨ ਲਓ ਅਸੀਂ ਗੁਰੂ ਨੂੰ, ਸਤਿਗੁਰੂ ਨੂੰ, ਅਕਾਲ ਪੁਰਖ ਨੂੰ ਬ੍ਰਹਮ ਗਿਆਨੀ ਕਹਿੰਦੇ ਆ, ਅਸੀਂ ਕਹਿੰਦੇ ਅਸੀਂ ਸਾਰੇ ਸਿੱਖ ਆ, ਤੇ ਚਰੌਲਾ ਕੀ ਹੈ? ਸਾਨੂੰ ਨਿਬੇੜਾ ਕਰਨਾ ਹੀ ਪਏਗਾ, ਸੋਚਣਾ ਹੀ ਪਏਗਾ। ਕੀਤਾ ਕਿਆ ਸਾਲਾਹੀ ਹੈ, ਕਰੇ ਜੋ ਪੈਦਾ ਕਰਦਾ ਆ ਸੋਏ ਸਾਲਾ। ਸਲਾਓ ਉਹਨੂੰ ਜੋ ਕਰਨ ਵਾਲਾ ਆ, ਕੀਤੇ ਨੂੰ ਕੀ ਸਲਾਉਣਾ? ਪੈਦਾ ਕੀਤੇ ਨੂੰ ਨਾ ਸਲਾਓ, ਕਰਨ ਵਾਲੇ ਨੂੰ ਸਲਾਓ। ਹਾਂਜੀ। ਕੀਤਾ ਕਿਆ ਸਾਲਾਹੀ ਹੈ, ਕਰੇ ਸੋਏ ਸਾਲਾ, ਨਾਨਕ ਏਕੀ ਬਾਹਰਾ, ਦੂਜਾ ਦਾਤਾ ਨਾਹੀਂ। ਵਾਹ ਵਾਹ। ਕਰਤਾ ਸੋ ਸਾਲਾਹੀ ਹੈ, ਜਿਨ ਕੀਤਾ ਆਕਾਰ, ਦਾਤਾ ਸੋ ਸਾਲਾਹੀ ਹੈ, ਜੇ ਸਭ ਸੈ ਦੇ ਆਧਾਰ। ਵੇਖੋ ਦੋਵੇਂ ਨਿਰਣੇ ਮਹਾਰਾਜ ਨੇ ਆਪ ਹੀ ਕੀਤੇ। ਪਹਿਲਾਂ ਕਹਿੰਦੇ ਨੇ ਕਰਤਾ ਸੋ ਸਾਲਾਹੀ ਹੈ, ਜਿਨ ਕੀਤਾ ਆਕਾਰ। ਅਸੀਂ ਕਹਿ ਰਹੇ ਸਾਂ ਜਿਨੇ ਕੀਤਾ ਉਹਨੂੰ ਸਲਾ। ਮਹਾਰਾਜ ਕਹਿੰਦੇ ਨੇ ਕਰਤੇ ਇੱਥੇ ਬਥੇਰੇ ਹੋ ਜਾਣਗੇ, ਮੈਂ ਆ ਕੀਤਾ, ਮੈਂ ਆ ਕੀਤਾ, ਮੈਂ ਆ ਕੀਤਾ, ਬੜੇ ਬੜੇ ਕੰਮ ਕਰਨ ਵਾਲੇ ਇੱਥੇ ਸਾਹਮਣੇ ਹੋ ਜਾਣਗੇ, ਪਰ ਜਿਨੇ ਆ ਸ੍ਰਿਸ਼ਟੀ ਦਾ ਆਕਾਰ ਪੈਦਾ ਕੀਤਾ ਨਾ, ਉਹ ਕਰਤਾ। ਸ੍ਰਿਸ਼ਟੀ ਦਾ ਆਕਾਰ ਕਿਸੇ ਵੱਡੇ ਤੋਂ ਵੱਡੇ ਨੇ ਨਹੀਂ ਪੈਦਾ ਕੀਤਾ, ਕਰਤੇ ਨੇ ਪੈਦਾ ਕੀਤਾ, ਜਿਨੇ ਇਹ ਆਕਾਰ ਪੈਦਾ ਕੀਤਾ। ਦੂਜੇ ਨੰਬਰ ਤੇ ਕਹਿੰਦੇ ਦਾਤਾ ਸੋ ਸਾਲਾਹੀ ਹੈ, ਦਾਤੇ ਉਸ ਨੂੰ ਸਲਾਓ। ਹੁਣ ਦਾਤੇ ਵੀ ਬੜੇ ਹੋ ਜਾਣਗੇ, ਮੈਂ 15 ਨੂੰ ਰੋਟੀ ਦਿੰਨਾ, ਮੈਂ 50 ਨੂੰ ਦਿੰਨਾ, ਮੇਰੇ ਥੱਲੇ ਇੰਨੇ ਕੰਮ ਕਰਦੇ, ਇੰਨਿਆਂ ਦਾ ਜੁਗਾੜ ਮੇਰੇ ਤੋਂ ਚੱਲਦਾ। ਬਥੇਰੇ ਦਾਤੇ ਇਕੱਠੇ ਹੋ ਜਾਣ, ਦਾਤਿਆਂ ਦੀ ਕੋਈ ਕਮੀ ਥੋੜੀ ਆ। ਦਾਅਵੇ ਕਰਨ ਵਾਲੇ ਬੜੇ ਨੇ, ਪਰ ਮਹਾਰਾਜ ਕਹਿੰਦੇ ਨੇ ਜੇ ਸਭ ਸੈ ਦੇ ਆਧਾਰ, ਜਿਹੜਾ ਸਾਰਿਆਂ ਨੂੰ ਆਸਰਾ ਦਿੰਦਾ ਹੈ। ਤਾਂ ਸਾਰਿਆਂ ਨੂੰ ਆਸਰਾ ਦੇਣ ਵਾਲਾ ਧਰਤੀ ਦੇ ਉੱਤੇ ਤਾਂ ਮੈਨੂੰ ਲੱਗਦਾ ਨਹੀਂ ਕੋਈ ਹੈ। ਉਹ ਸਾਰਿਆਂ ਨੂੰ ਆਸਰਾ ਦੇਣ ਵਾਲਾ ਕੌਣ ਆ? ਹੈ ਨਾ ਜੀ। ਹਾਂਜੀ।
ਨਾਨਕ ਆਪ ਸਦੀਵ ਹੈ। ਸਦੀਵ ਕੌਣ ਆ? ਸਦਾ ਕੌਣ ਆ? ਉਸ ਕਰਤੇ ਦੀ, ਉਸ ਦਾਤੇ ਦੀ ਗੱਲ ਜਿਹੜਾ ਸਦੀਵ ਆ, ਹਰ ਵੇਲੇ ਆ। ਪਹਿਲਾਂ ਵੀ ਸੀ, ਅੱਜ ਵੀ ਹੈ, ਅੱਗੋਂ ਵੀ ਹੋਏਗਾ। ਹਾਂਜੀ। ਪੂਰਾ ਜਿਸ ਭੰਡਾਰ ਵੱਡਾ ਕਰ ਸਾਲਾਹੀਐ, ਅੰਤ ਨ ਪਾਰਾਵਾਰ। ਪੌੜੀ ਹਰ ਕਾ ਨਾਮ ਨਿਧਾਨ ਹੈ, ਸੇਵਿਐ ਸੁਖ ਪਾਈ। ਨਾਮ ਨਿਰੰਜਨ ਉਚਰਾ, ਪਤ ਸਿਉ ਘਰ ਜਾਈ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੈ ਵਸਾਈ। ਮਤ ਪੰਖੇਰੂ ਵਸ ਹੋਏ, ਸਤਿਗੁਰੂ ਧਿਆਈ। ਨਾਨਕ ਆਪ ਦਇਆਲ ਹੋਏ, ਨਾਮੇ ਨਿਭ ਲਾਈ। ਸ਼ਲੋਕ ਮਹਿਲਾ ਦੂਜਾ। ਆਪ ਦੇਖਿਓ ਇਧਰੋਂ, ਇਧਰਲਾ ਮਾਈਕ। ਹਾਂਜੀ। ਸ਼ਲੋਕ। ਇੱਕ ਮਿੰਟ ਰੁਕਿਓ। ਰਿਸ਼ਤੇਦਾਰ ਕਹਿੰਦਾ ਨਹੀਂ ਹੈ ਕਿ ਜਿਹੜੇ ਇਸ ਰਸਤੇ ਤੇ ਚੱਲਦੇ ਹੋ ਉਹ ਕਦੇ ਸੋਚੀ ਇਸ ਤਰ੍ਹਾਂ ਹੋਵੇ ਕਿ ਇਹ ਪਿਤਾ ਪਿਆਰ ਹੋਵੇ ਕਿ ਇਸ ਰਸਤੇ ਪੂਰਾ ਕਰੀ ਵੀ ਚੱਲ ਪਾਏ। ਮਤਲਬ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਜਿਹਦਾ ਕੋਈ ਰਿਸ਼ਤੇਦਾਰ, ਭੈਣ ਭਰਾ ਜਾਂ ਹੋਰ ਕੋਈ ਵੀ ਇਸ ਪਾਸੇ ਨਹੀਂ, ਇਹ ਕਹਿ ਰਹੇ ਹਾਂ। ਹਾਂ ਵੀ ਜੀ, ਇਸ ਤਰ੍ਹਾਂ ਆ ਕਿ ਦੇਖੋ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਹਾਂ। ਅਸੀਂ ਇਹ ਕਹਿ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਦੇ ਮੁਤਾਬਕ ਅਸੀਂ ਜ਼ਿੰਦਗੀ ਜੀਵੀਏ। ਠੀਕ ਹੈ ਜੀ, ਇੱਕ ਗੱਲ। ਦੂਜੀ ਗੱਲ, ਜਦੋਂ ਅਸੀਂ ਰਾਹ ਤੇ ਚੱਲਣ ਦੀ ਗੱਲ ਕਰਦੇ ਆ ਨਾ, ਰਾਹ ਤੇ ਚੱਲਣ ਦੀ, ਤੇ ਰਾਹ ਤੇ ਚੱਲਣ ਦਾ ਮਤਲਬ ਹੈ ਕਿ ਉਹ ਗੁਣ, ਉਹ ਚੰਗਿਆਈਆਂ ਜਿਹੜੀਆਂ ਸਤਿਗੁਰੂ ਸਾਨੂੰ ਬਖਸ਼ਦੇ ਆ, ਉਹਨਾਂ ਨੂੰ ਧਾਰਨ ਕਰੀਏ। ਇਹਦਾ ਹੀ ਮਤਲਬ ਹੈ ਨਾ। ਉਦਾਂ ਦਾ ਅਸੀਂ ਜੀਣਾ ਸ਼ੁਰੂ ਕਰੀਏ ਜਿੱਦਾਂ ਦਾ ਸਤਿਗੁਰੂ ਸਾਡੇ ਕੋਲੋਂ ਚਾਹੁੰਦੇ ਆ। ਇਹੀ ਮਤਲਬ ਹੈ ਨਾ। ਹੁਣ ਦੇਖੋ, ਜਿਹੜਾ ਗੁਰੂ ਦੇ ਆਖੇ ਲੱਗ ਕੇ ਸੰਤੋਖ ਅਸੀਂ ਧਾਰਨ ਕਰਨਾ, ਠੀਕ ਹੈ ਜੀ, ਕੀ ਕਿਸੇ ਦੂਜੇ ਮੁਲਕ ਦੇ ਅੰਦਰ ਜਾ ਕੇ ਸੰਤੋਖ ਦੀ ਵਿਆਖਿਆ ਬਦਲ ਜਾਏਗੀ? ਜਿਹੜੀ ਚੋਰੀ ਦੀ ਡੈਫੀਨੇਸ਼ਨ ਇੱਥੇ ਹੈ, ਕੀ ਦੂਜੇ ਦੇਸ਼ ਵਿੱਚ ਚੋਰੀ ਦੀ ਡੈਫੀਨੇਸ਼ਨ ਬਦਲ ਜਾਏਗੀ? ਨਹੀਂ ਬਦਲਦੀ। ਗਮੀ ਦੀ ਡੈਫੀਨੇਸ਼ਨ ਜਿਹੜੀ ਸਾਡੀ ਆ, ਇਦਾਂ ਦੀ ਉਹਨਾਂ ਦੀ ਵੀ ਆ। ਸਾਨੂੰ ਗਮ ਲੱਗਦਾ, ਅਸੀਂ ਰੋਂਦੇ ਆ, ਨਿਰਾਸ਼ ਹੁੰਦੇ ਆ, ਉਦਾਸ ਹੋ ਜਾਂਦੇ ਆ। ਇਹ ਡੈਫੀਨੇਸ਼ਨ ਉਹਨਾਂ ਦੀ ਵੀ ਆ। ਜਦੋਂ ਕਿਸੇ ਨੂੰ ਸਦਮਾ ਲੱਗਦਾ, ਉਹ ਨਿਰਾਸ਼ ਹੋ ਜਾਂਦਾ, ਉਦਾਸ ਹੋ ਜਾਂਦਾ, ਉਹ ਰੋਣ ਲੱਗ ਜਾਂਦਾ, ਅੱਖਾਂ 'ਚੋਂ ਹੰਝੂ ਆਉਣ ਲੱਗ ਜਾਂਦੇ। ਜਾਨੀ ਕਿ ਸਾਰੀ ਸ੍ਰਿਸ਼ਟੀ ਦਾ ਕਰਤਾ ਇੱਕ ਹੈ ਨਾ, ਤੇ ਸਾਰੀ ਸ੍ਰਿਸ਼ਟੀ ਦਾ ਧਰਮ ਵੀ ਇੱਕ ਆ। ਸਾਰੀ ਸ੍ਰਿਸ਼ਟੀ ਦਾ ਧਰਮ ਵੀ ਇੱਕ ਆ। ਚੋਰੀ ਇੱਥੇ ਕਰਦੇ ਆ, ਬਾਹਰ ਕਿਤੇ ਕਰਦੇ ਆ, ਦੂਰ ਦਰਾਡੇ ਹੋਰ ਕਿਤੇ ਜਾ ਕੇ ਕਰਦੇ ਆ, ਚੋਰੀ ਚੋਰੀ ਰਹੇਗੀ। ਔਰ ਸਾਰੀ ਦੁਨੀਆ ਦੇ ਅੰਦਰ ਚੋਰੀ ਨੂੰ ਬੁਰਾਈ ਮੰਨਿਆ ਜਾਂਦਾ ਤੇ ਮੰਨਿਆ ਜਾਂਦਾ ਰਹੇਗਾ। ਇਮਾਨਦਾਰੀ ਜਿੱਦਾਂ ਦੀ ਅਸੀਂ ਇੱਥੇ ਵੇਖਦੇ ਆ, ਇਦਾਂ ਦੀ ਇਮਾਨਦਾਰੀ ਕੋਈ ਕਿਤੇ ਵੀ ਬੈਠਾ ਆ। ਇਮਾਨਦਾਰੀ ਦਾ ਪਤਾ ਨਾ ਉਹਨੂੰ ਇਮਾਨਦਾਰੀ ਕੀ ਹੁੰਦੀ ਆ। ਉਹ ਇਮਾਨਦਾਰੀ ਧਾਰਨ ਕਰਕੇ ਚੱਲ ਰਿਹਾ, ਉਹ ਸਬਰ ਸੰਤੋਖ ਨਾਲ ਚੱਲ ਰਿਹਾ, ਉਹ ਨਮਰਤਾ ਭਾਵ ਨਾਲ ਚੱਲ ਰਿਹਾ। ਜੇ ਉਹ ਸੱਚੀ ਉਹਨਾਂ ਗੁਣਾਂ ਨੂੰ ਜ਼ਿੰਦਗੀ 'ਚ ਲੈ ਕੇ ਚੱਲ ਰਿਹਾ, ਤਾਂ ਜਿੱਥੇ ਵੀ ਹੈ ਉਹ ਰਾਹ ਤੇ ਚੱਲ ਰਿਹਾ, ਉਹ ਸੱਚਾ ਸੁੱਚਾ ਜੀਵਨ ਜੀ ਰਿਹਾ। ਧਿਆਨ ਨਾਲ ਦੇਖੋ, ਮਲਕ ਭਾਗੋ ਬੁਰਾਈ ਦਾ ਰਾਹ ਫੜਿਆ, ਲਾਲੋ ਨੇ ਚੰਗਿਆਈ ਦਾ ਰਾਹ ਫੜਿਆ। ਗੁਰੂ ਨਾਨਕ ਸਾਹਿਬ ਭਾਈ ਲਾਲੋ ਕੋਲ ਗਏ। ਇਹਨਾਂ ਤੇ ਆਪਾਂ ਸਮਝਦੇ ਆ ਨਾ,
ਹੁਣ ਭਾਈ ਲਾਲੋ ਕੋਲ ਚੰਗਿਆਈ ਕਿੱਥੋਂ ਆਈ? ਗੁਰੂ ਸਾਹਿਬ ਤਾਂ ਅਜੇ ਗਏ ਆ। ਹੈਗਾ ਨਾ। ਇੱਕ ਚੀਜ਼ ਹੋਰ ਵੇਖੋ, ਸਤਿਗੁਰੂ ਜੀ ਨੇ ਬਾਣੀ 'ਚ ਬਹੁਤ ਸਾਰੇ ਪਾਖੇ ਦਾਂਦੇ ਸਾਨੂੰ ਦਿੱਤੇ। ਜਦੋਂ ਅਜੇ ਗੁਰਮਤਿ ਦਾ ਪ੍ਰਕਾਸ਼ ਨਹੀਂ ਸੀ ਹੋਇਆ, ਗੁਰੂ ਨਾਨਕ ਸਾਹਿਬ 1469 'ਚ ਪ੍ਰਕਾਸ਼ ਲਿਆ ਜੀ। ਕੀ ਉਹਦੇ ਤੋਂ ਪਹਿਲਾਂ ਚੰਗਿਆਈ ਦੁਨੀਆ ਦੇ ਵਿੱਚ ਨਹੀਂ ਸੀ? ਉਹਦੇ ਤੋਂ ਪਹਿਲਾਂ ਇਸ ਦੁਨੀਆ ਦੇ ਅੰਦਰ ਸੱਚ ਦਾ ਬੀਜ ਨਹੀਂ ਸੀ? ਤਾਂ ਹੋਏਗਾ। ਜਦੋਂ ਅਸੀਂ ਪੜ੍ਹਦੇ ਆਦ ਸੱਚ ਜੁਗਾਦ ਸੱਚ, ਹਾਂ ਵੱਧ ਘੱਟ ਹੋ ਸਕਦਾ ਕਿਤੇ, ਕਿਸੇ ਵੀ ਥਾਂ ਤੇ ਕੁਝ ਵੱਧ ਘੱਟ ਹੋ ਸਕਦਾ ਆ, ਕਿਸੇ ਟਾਈਮ ਤੇ ਗਿਣਤੀ ਘਟ ਸਕਦੀ ਆ, ਪਰ ਸੱਚ ਕਦੇ ਵੀ ਨਹੀਂ ਮਰਿਆ, ਨਾ ਮਰਨਾ ਆ। ਸੱਚ ਹੈ, ਰਹੇਗਾ, ਇਹ ਮਿਟਣ ਵਾਲਾ ਨਹੀਂ ਹੈ। ਔਰ ਸੱਚ ਨੂੰ ਸਾਹਮਣੇ ਰੱਖ ਕੇ ਜਿਹੜੇ ਲੋਕ ਜ਼ਿੰਦਗੀ ਜੀਂਦੇ ਆ ਉਹ ਭਲੇ ਨੇ, ਉਹ ਕਿਤੇ ਵੀ ਹੋ ਸਕਦੇ ਆ। ਤਾਂ ਅਸੀਂ ਇਸ ਚੀਜ਼ ਨੂੰ ਸਾਹਮਣੇ ਰੱਖੀਏ ਕਿ ਜਿਹੜੀਆਂ ਚੰਗਿਆਈਆਂ ਜਾਂ ਜਿਹੜੇ ਚੰਗੇ ਗੁਣ ਆ ਉਹ ਬੰਦਾ ਕਿਤੇ ਵੀ ਕਿਸੇ ਵੀ ਥਾਂ ਤੋਂ ਧਾਰਨ ਕਰ ਸਕਦਾ। ਜਦੋਂ ਅਸੀਂ ਇਹ ਕਹਿੰਦੇ ਆ ਨਾ ਕਿ ਸਤਿਗੁਰੂ ਅਕਾਲ ਪੁਰਖ ਇੱਕ ਥਾਂ ਤੇ ਨਹੀਂ, ਉਹ ਪੂਰੀ ਸ੍ਰਿਸ਼ਟੀ ਦੇ ਜ਼ਰੇ ਜ਼ਰੇ ਵਿੱਚ ਸਮਾਇਆ ਹੋਇਆ, ਤਾਂ ਜ਼ਰੇ ਜ਼ਰੇ ਵਿੱਚ ਜਿਹੜਾ ਸਮਾਇਆ ਹੋਇਆ ਉਸ ਸੱਚ ਨੂੰ ਕੋਈ ਕਿਤੇ ਵੀ ਕਿਸੇ ਵੀ ਥਾਂ ਤੇ ਬੈਠਾ ਹੋਇਆ ਕਦੇ ਵੀ ਸਾਹਮਣੇ ਹੋ ਸਕਦਾ ਆ, ਸਮਝ ਸਕਦਾ ਆ, ਕੋਈ ਮੁਸ਼ਕਲ ਨਹੀਂ ਆ, ਕੋਈ ਮੁਸ਼ਕਲ ਨਹੀਂ ਆ, ਉਹ ਵੀ ਜੀ ਸਕਦਾ ਹੈ। ਹਾਂਜੀ। श्लोक महला दूजा, तिस स्यों कैसा बोलना, जे आपे जाने जान, चीरी जाकी ना फिरै, साहिब सो परवान, चीरी जिसकी चलना, मीर मलक सलार, जो तस पावै नानका, साई पलीकार, जिना चीरी चलना, हाथ तिना किछ नाए, साहिब का फुरमान हुए, उठी कर लै पाए, जेहा चीरी लिखिया, तेहा हुक्म कमाए, कल्ले आवे नानका, सते उठी जाए, महला दूजा, सिफ्त जिना को बख्शी है, सेई पोतेदार, पूंजी जिनको दितिया, तिना मिले पंडार, जा पंडारी हूँ गुण निकले, ते किया परवान, ते किए परवान, ते किए परवान, नगर तिना को नानका, नाम जिना निशान, पौड़ी नाम निरंजन निर्मला, सुने सुख होई, सुन सुन मन वसाइए, बूझै जन कोई, बहंदिया उठदिया ना विसरै, साचा सच सोई, भगता को नाम आधार है, नामे सुख होई, नानक मन तन रवरिया, गुरमुख हर सोई। श्लोक महला पहला, नानक तुलिए तोल, जे जियो पिछै पाइए, इकस ना पुजै बोल, जे पूरे पूरा कर मिलै, वड्डा आखन भारा तोल तोल, होर हौली मती होले बोल, धरती पानी पर्वत पार, क्यों खंडै तोलै सुनियार, तोला मासा रतक पाए, नानक तोड़ा तोला मासा रतक पाए,
ਨਾਨਕ ਪੁੱਛਿਆ ਦੇ ਪੁਜਾਏ ਮੂਰਖ ਅੰਧਿਆਂ ਅੰਧੀ ਧਾਤ ਕਹਿ ਕਹਿ ਕਹਨ ਕਹਾਇਨ ਆਪ ਮਹਿਲਾ ਪਹਿਲਾ। ਹਾਂਜੀ, ਜਿਹੜਾ ਤੋਲਾ ਮਾਸਾ ਇਹ ਜਿਵੇਂ ਵਜ਼ਨ ਤੋਲਣ ਵਾਲੇ ਮਾਪ ਆ ਜਿਨ੍ਹਾਂ ਨਾਲ ਵਜ਼ਨ ਤੋਲਿਆ ਜਾ ਸਕਦਾ। ਜਿਵੇਂ ਭਾਰਾ ਵਜ਼ਨ ਤੋਲਣਾ ਤਾਂ ਆਪਾਂ ਜਿਵੇਂ ਅੱਧਾ ਕਿਲੋ ਹੈ, ਕਿਲੋ ਹੈ, 2 ਕਿਲੋ, 5 ਕਿਲੋ, 10 ਕਿਲੋ, 40 ਕਿਲੋ, 50, 1 ਕੁਆਂਟਲ। ਪਰ ਇਹ ਜਿਹੜੇ ਵੱਟੇ ਆ, ਇਹ ਜਿਹੜਾ ਵਜ਼ਨ ਤੋਲਣ ਦਾ ਮਾਪ ਆ, ਇਹ ਬਹੁਤ ਮਹਿੰਗੀਆਂ ਥਾਵਾਂ ਦੇ ਉੱਤੇ ਆ। ਜਾਂ ਤਾਂ ਇਹ ਸੁਨਿਆਰੇ ਕੋਲ ਹੋਏਗਾ ਜਾਂ ਪੰਸਾਰੀਆਂ ਕੋਲ ਹੋਏਗਾ, ਜਿੱਥੋਂ ਬਹੁਤ ਮਹਿੰਗੀਆਂ ਚੀਜ਼ਾਂ ਜਿਹੜੀਆਂ ਜੜੀਆਂ ਬੂਟੀਆਂ ਵਗੈਰਾ ਉਹ ਤੋਲ ਕੇ ਦੇਣ ਵਾਲਾ ਮਸਲਾ, ਜਾਂ ਫਿਰ ਉੱਥੇ ਹੋਏਗਾ। ਕਿਉਂਕਿ ਹੁਣ ਜਿੱਥੇ ਕਿਲੋਆਂ ਦੇ ਹਿਸਾਬ ਨਾਲ ਜਾਂ ਕੁਆਂਟਲਾਂ ਦੇ ਹਿਸਾਬ ਨਾਲ ਸਮਾਨ ਵਿਕਣਾ, ਉੱਥੇ ਇਹਨਾਂ ਵੱਟਿਆਂ ਦਾ ਕੋਈ ਮਤਲਬ ਨਹੀਂ। ਮਤਲਬ ਉੱਥੇ ਬਣੇਗਾ ਜਿੱਥੇ ਬਿਲਕੁਲ ਹੀ ਜਿਹੜਾ ਸਮਾਨ ਆ ਬਹੁਤ ਮਹਿੰਗਾ, ਹਜ਼ਾਰਾਂ ਦੇ ਹਿਸਾਬ ਨਾਲ, ਲੱਖਾਂ ਦੇ ਹਿਸਾਬ ਨਾਲ ਐ ਥੋੜਾ ਜਿਹਾ ਮਾੜਾ ਜਿਹਾ ਮਿਲਣਾ ਆ। ਜਿਹੜੀ ਚੀਜ਼ ਦੀ ਬਹੁਤ ਜ਼ਿਆਦਾ ਕੀਮਤ ਆ, ਉੱਥੇ ਛੋਟੇ ਵੱਟੇ ਜਿਹੜੇ ਆ ਉਹ ਤੋਲਾ ਵੀ ਤੇ ਮਾਸਾ ਵੀ ਉਹਦੇ ਚੋਂ ਉੱਥੋਂ ਮਿਲਣਗੇ ਸਾਨੂੰ। ਹਾਂਜੀ, ਨਾਨਕ ਪੁੱਛਿਆ ਦੇ ਪੁਜਾਏ ਮੂਰਖ ਅੰਧਿਆ ਅੰਧੀ ਧਾਤ ਕਹਿ ਕਹਿ ਕਹਿਨ ਕਹਾਇਨ ਆਪ ਮਹਿਲਾ ਪਹਿਲਾ। ਆਖਨੇ ਔਖਾ ਸੁਣਨੇ ਔਖਾ ਆਖ ਨਾ ਜਾਪੀ ਆਖ ਇਕ ਆਖ ਆਖੈ ਸ਼ਬਦ ਭਾਖੈ ਅਰਧ ਉਰਧ ਦਿਨ ਰਾਤ ਜੇ ਕੇ ਹੋਏ ਤਾਂ ਕਹਿ ਦਿਸੈ ਜਾਪੈ ਰੂਪ ਨਾ ਜਾਤ ਜਾਤ ਸਭ ਕਾਰਨ ਕਰਤਾ ਕਰੇ ਘਟ ਔਕਟ ਘਟ ਥਾਪ ਆਖਨ ਔਖਾ ਨਾਨਕਾ ਆਖ ਨਾ ਜਾਪੈ ਆਖ ਪੌੜੀ ਨਾਏ ਸੁਣਿਆ ਮਨ ਰਹਿਸੀਐ ਨਾ ਮੈਂ ਸ਼ਾਂਤ ਆਈ ਨਾਏ ਸੁਣਿਆ ਮਨ ਤ੍ਰਿਪਤੀਐ ਸਭ ਦੁੱਖ ਗਵਾਈ ਨਾਏ ਸੁਣਿਆ ਨਾ ਉਪਜੈ ਨਾਮੇ ਵਡਿਆਈ ਨਾਮੇ ਹੀ ਸਭ ਜ਼ਾਤ ਪਤ ਨਾਮੇ ਗਤ ਪਾਈ ਗੁਰਮੁਖ ਨਾਮ ਧਿਆਈਐ ਨਾਨਕ ਲਿਵ ਲਾਈ ਸ਼ਲੋਕ ਮਹਿਲਾ ਪਹਿਲਾ। ਝੂਠ ਨਾ ਰਾਗੀ ਝੂਠ ਨਾ ਵੇਦੀ ਝੂਠ ਨਾ ਚੰਦ ਸੂਰਜ ਕੀ ਪੇਤੀ ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਨਾ ਨੀ ਵਰੈ ਸਭ ਤਾਈ ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪੌਣੇ ਮਾਏ ਸਮਾਣੀ ਨਾਨਕ ਨੀ ਗੁਰਿਆ ਗੁਣ ਨਾਹੀ ਕੋਏ ਨਿਗੁਰਿਆ ਨਾਨਕ ਨੀ ਗੁਰਿਆ ਗੁਣ ਨਾਹੀ ਕੋਏ ਮੂੰਹ ਫੇਰਿਆ ਮੂੰਹ ਝੂਠਾ ਹੋਏ। ਹਾਂ, ਮੂੰਹ ਫੇਰਿਆ ਮੂੰਹ ਝੂਠਾ ਹੋਏ। ਗੁਰੂ ਵੱਲੋਂ ਮੂੰਹ ਫੇਰਿਆ ਹੀ ਮੂੰਹ ਝੂਠਾ ਹੁੰਦਾ ਆ। ਗੁਰੂ ਵੱਲੋਂ ਮੂੰਹ ਫੇਰਿਆ ਮੂੰਹ ਝੂਠਾ ਹੁੰਦਾ ਆ। ਤੇ ਓਨੀ ਦੇਰ ਤੱਕ ਝੂਠਾ ਹੀ ਰਹਿੰਦਾ ਜਿੰਨੀ ਦੇਰ ਤੱਕ ਫੇਰ ਕੇ ਗੁਰੂ ਵਾਲੇ ਪਾਸੇ ਨਾ ਕਰ ਲਈਏ। ਜਿੰਨੀ ਦੇਰ ਤੱਕ ਮੂੰਹ ਫੇਰ ਕੇ ਗੁਰੂ ਵੱਲ ਨਾ ਕਰ ਲਈਏ। ਤਾਂ ਸਮਝ ਵਿੱਚ ਆਇਆ, ਗੁਰੂ ਤੋਂ ਬੇਮੁਖ ਹੋਣਾ ਹੀ ਝੂਠੇ ਮੂੰਹ ਦਾ ਕਾਰਨ ਆ। ਮੂੰਹ ਝੂਠੇ ਦਾ ਕਾਰਨ ਗੁਰੂ ਤੋਂ ਬੇਮੁਖਤਾ ਹੈ। ਔਰ ਇਹ ਮੂੰਹ ਓਨੀ ਦੇਰ ਤੱਕ ਝੂਠਾ ਹੀ ਰਹੇਗਾ ਜਿੰਨੀ ਦੇਰ ਤੱਕ ਗੁਰੂ ਦੇ ਸਨਮੁਖ ਨਹੀਂ ਹੁੰਦੇ। ਗੁਰੂ ਦੇ ਸਨਮੁਖ ਹੋਇਆ ਹੀ ਇਹ ਮੂੰਹ ਦੀ ਝੂਠ ਜਾ ਸਕਦੀ ਹੈ ਭਾਈ। ਵਰਨਾ ਮਹਾਰਾਜ ਨੇ ਬਹੁਤ ਕੁਝ, ਜਿਵੇਂ ਅਸੀਂ ਪਹਿਲੇ ਸ਼ਲੋਕ 'ਚ ਵੀ ਦੇਖਿਆ ਸੀ, ਪਹਿਲੀ ਪੌੜੀ ਨਾਲ ਮਹਾਰਾਜ ਨੇ ਇੱਥੇ ਵੀ ਬਖਸ਼ਿਸ਼ ਕੀਤੀ। ਆਖਣ ਲੱਗੇ ਭਾਈ, ਇਹ ਜਿਹੜੀ ਝੂਠ ਜੀਵਨ 'ਚ ਲੱਗੀ ਆ ਨਾ,
ਜਿਹੜੀ ਝੂਠ ਜੀਵਨ 'ਚ ਲੱਗੀ ਆ ਨਾ, ਇਹ ਆ ਸਾਰੇ ਤਰੀਕੇ ਜਿਹੜੇ ਦੁਨੀਆ ਵਰਤ ਰਹੀ ਆ, ਇਹਨਾਂ ਤਰੀਕਿਆਂ ਨਾਲੇ ਝੂਠ ਲੱਥਣ ਵਾਲੀ ਨਹੀਂ। ਇਹ ਜਿਹੜਾ ਮਨ ਝੂਠਾ ਹੋਇਆ ਨਾ, ਇਹ ਝੂਠ ਲੱਥਣੀ ਨਹੀਂ। ਇਹ ਝੂਠ ਨੂੰ ਲੱਥਣ ਦਾ ਇੱਕੋ ਹੀ ਤਰੀਕਾ ਆ, ਮੂੰਹ ਫੇਰ ਕੇ ਅਸੀਂ ਗੁਰੂ ਵੱਲ ਹੋ ਜਾਈਏ, ਗੁਰੂ ਦੇ ਸਨਮੁਖ ਹੋ ਜਾਈਏ। ਅਖੀਰਲੀ ਤੁਕ ਤੋਂ ਤੁਹਾਨੂੰ ਸਮਝ ਆ ਜਾਏਗੀ, ਮੂੰਹ ਫੇਰਿਆ ਮੂੰਹ ਝੂਠਾ ਹੋਏ। ਭਾਈ ਮੂੰਹ ਝੂਠਾ ਤਾਂ ਆ ਕਿਉਂਕਿ ਗੁਰੂ ਤੋਂ ਮੂੰਹ ਫੇਰਿਆ ਹੈ। ਹਾਂਜੀ। ਮਹਿਲਾ ਪਹਿਲਾ ਨਾਨਕ ਚੁਲੀਆਂ ਸੁਚੀਆਂ, ਜੇ ਪਰ ਜਾਣੈ ਕੋਏ ਸੁਤੇ ਚੁਲੀ ਗਿਆਨ ਕੀ, जोगी काजत होए। ब्राह्मण चुली संतोख की, गिरही का सतदान। राजे चुली न्याग की, पढ़िया सच ध्यान। पानी चित न तोपई, मुख पीता तिक जाए। पानी पिता जगत का, फिर पानी सब खाए। पौड़ी नाय सुने सब सिद्ध है, रिट पिछे आवे। नाय सुने नौ निध मिले, मन चिंध्या पावे। नाय सुने संतोख होए, कवला चरण त्यावे। नाय सुने सहज उपजै, सहजे सुख पावै। गुरमति नाम पाइयै, नानक गुण गावै। श्लोक महला पहला। दुख विच जमन दुख मरण, दुख बर्तन संसार। दुख दुख अग्गै आखियै, पढ़ पढ़ करै पुकार। दुख किया पंडा खुलिया, सुख ना निकलियो कोए। दुख विच जियो जलाया, दुखिया चलिया रोए। नानक सिफती रत्या, रत्या मन तन हरिया होए। दुख किया अगी मारिया मारिया, पी दुख दारू होए। महला पहला। ਹਾਂਜੀ, ਜਿਵੇਂ ਅਸੀਂ ਇੱਥੇ ਪੜ੍ਹ ਰਹੇ ਹਾਂ, ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਣ ਸੰਸਾਰ। ਦੁੱਖ ਦੁੱਖ ਅੱਗੇ ਆਖੀਐ, ਪੜ ਪੜ ਕਰੇ ਪੁਕਾਰ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਮੈਂ ਸਿਰਫ ਧਿਆਨ ਤੁਹਾਡਾ ਇਸ ਕਰਕੇ ਦਵਾ ਰਿਹਾ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਦੇ ਅਰਥ ਕਰਦਿਆਂ ਬਹੁਤ ਖੂਬਸੂਰਤ ਸਾਡਾ ਧਿਆਨ ਇਸ ਪਾਸੇ ਲਿਆਂਦਾ। ਕਹਿੰਦੇ ਜੀਵ ਦਾ ਜਨਮ ਦੁੱਖ ਵਿੱਚ ਤੇ ਮੌਤ ਵੀ ਦੁੱਖ ਵਿੱਚ ਹੀ ਹੁੰਦੀ ਹੈ। ਭਾਵ ਜਨਮ ਤੋਂ ਮਰਨ ਤੱਕ ਸਾਰੀ ਉਮਰ ਜੀਵ ਦੁੱਖ ਵਿੱਚ ਫਸਿਆ ਰਹਿੰਦਾ। ਜਨਮ ਤੋਂ ਮਰਨ ਤੱਕ ਸਾਰੀ ਉਮਰ ਦੁੱਖ ਵਿੱਚ ਫਸਿਆ ਰਹਿੰਦਾ। ਤਾਂ ਅਸੀਂ ਜਦੋਂ ਦੁੱਖ ਦੀ ਗੱਲ ਕਰਦੇ ਹਾਂ ਤਾਂ ਫਿਰ ਸਤਿਗੁਰੂ ਜੀ ਦੀ ਬਾਣੀ ਤੋਂ ਸਾਨੂੰ ਇਹ ਵੀ ਸਮਝਣਾ ਪਏਗਾ, ਦੁੱਖ ਵਿੱਚ ਫਸਿਆ ਰਹਿੰਦਾ ਦਾ ਮਤਲਬ ਇਹ ਨਹੀਂ ਕਿ ਗਿੱਟਾ ਗੋਡਾ ਪੀੜ ਹੁੰਦਾ ਹੈ। ਦੁੱਖ ਵਿੱਚ ਫਸਿਆ ਰਹਿੰਦਾ ਦਾ ਮਤਲਬ ਹੈ ਉਹ ਸਾਰੀ ਜ਼ਿੰਦਗੀ ਇਹ ਵਿਕਾਰਾਂ ਨਾਲ ਘੁਲਦਾ ਹੋਇਆ ਰੱਬ ਤੋਂ ਵਿਛੜਿਆ ਰਹਿੰਦਾ ਆ। ਵਿਛੜਿਆ ਰਹਿੰਦਾ, ਵਿਛੋੜੇ ਦਾ ਦੁੱਖ ਉਹਦੇ ਅੰਦਰ ਸਦਾ ਹੀ ਕਾਇਮ ਰਹਿੰਦਾ ਆ ਸਾਰੀ ਉਮਰ। ਤਾਂ ਇਹ ਸਾਨੂੰ ਧਿਆਨ 'ਚ ਰੱਖਣਾ ਪਏਗਾ ਕਿ ਜਦੋਂ ਅਸੀਂ ਪਾਠ ਕਰ ਰਹੇ ਹਾਂ, ਵੇਖੋ ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਣ ਸੰਸਾਰ। ਉਹਨਾਂ ਨੇ ਅਖਰੀ ਅਰਥ ਵੀ ਇੱਦਾਂ ਕੀਤੇ, ਜੀਵ ਦਾ ਜਨਮ ਦੁੱਖ ਵਿੱਚ ਤੇ ਮੌਤ ਵੀ ਦੁੱਖ ਵਿੱਚ ਹੀ ਹੁੰਦੀ ਹੈ। ਜਾਨੀ ਜੰਮਣ ਤੋਂ ਲੈ ਕੇ ਉਹਨਾਂ ਨੇ ਅੱਗੇ ਆਪ ਹੀ ਕੀਤੇ ਨੇ, ਭਾਵ ਜਨਮ ਤੋਂ ਮਰਨ ਤੱਕ ਸਾਰੀ ਉਮਰ ਜੀਵ ਦੁੱਖ ਵਿੱਚ ਹੀ ਫਸਿਆ ਰਹਿੰਦਾ ਹੈ। ਦੁੱਖ ਵਿੱਚ ਗਰਸਿਆ ਹੋਇਆ ਜਗਤ ਸਾਰਾ ਕਾਰ ਵਿਹਾਰ ਕਰਦਾ ਹੈ। ਹਾਂਜੀ। ਮਹਿਲਾ ਪਹਿਲਾ। ਨਾਨਕ ਦੁਨੀਆ ਪਸ ਰੰਗ, ਪਸੂ ਹੂੰ ਪਸ ਖੇ। ਪਸੋ ਪਸ ਕਮਾਵਣੀ, ਪੀ ਪਸ ਪਰੀਐ ਦੇ। ਜਾ ਜਿਉ ਵਿੱਚੋਂ ਕਟੀਐ,
पशु परया जाए अगे लेखे मंगे होर दसूणी पाए वाह वाह। पौड़ी नाए सुने सुच संजमो जम नेड़ नावे नाए सुने कट चानना आनेर गवावे नाए सुने आप बुझिए लाहा नाउ पावे नाए सुने पाप कटिए निर्मल सच पावे नानक नाए सुने मुख उजले नाम गुरमुख ध्यावे श्लोक मैला पहला कर नारायण सभा नाल पूज करे रखा नावाल कुंगू चंदन फुल चढ़ाए पैरी पैपै बहुत मनाए मानुआ मंग मंग पहने खाए अन्नी कमी अंध सजाए भुखिया दे न मरदया रखै ਭੁੱਖਿਆਂ ਦੇ ਨਾ ਮਰਦਿਆਂ ਰੱਖੈ। ਇਹਨੂੰ ਇਕੱਠਾ ਪਾਠ ਕਰਨਾ ਪਏਗਾ ਜੀ। ਨਾ ਭੁੱਖਿਆਂ ਨੂੰ ਦਿੰਦਾ ਨਾ ਮਰਦਿਆਂ ਨੂੰ ਰੱਖਦਾ, ਜਿਹਦੀ ਪੂਜਾ 'ਚ ਉਹ ਲੱਗਾ ਹੋਇਆ। ਭੁਖਿਆਂ ਦੇ ਨ ਮਰਦਿਆਂ ਰੱਖੈ ਅੰਧਾ ਝਗੜਾ ਅੰਧੀ ਸਖੈ ਵਾਹ। ਮਹਿਲਾ ਪਹਿਲਾ ਸਭੇ ਸੁਰਤੀ ਜੋਗ ਸਭ ਸਭੇ ਵੇਦ ਪੁਰਾਨ ਸਭੇ ਕਰਣੇ ਤਪ ਸਭ ਸਭੇ ਗੀਤ ਗਿਆਨ ਸਭੇ ਬੁੱਧੀ ਸੁਧ ਸਭ ਸਭ ਤੀਰਥ ਸਭ ਥਾਨ ਸਭ ਪਾਤਸ਼ਾਹੀਆਂ ਅਮਰ ਸਭ ਸਭ ਖੁਸ਼ੀਆਂ ਸਭ ਖਾਨ ਸਭੇ ਮਾਨਸ ਦੇਵ ਸਭ ਸਭੇ ਜੋਗ ਧਿਆਨ ਸਭੇ ਪੁਰੀਆਂ ਖੰਡ ਸਭ ਸਭੇ ਜੀ ਜਹਾਨ ਹੁਕਮ ਚਲਾਏ ਆਪਣੇ ਕਰਮੀ ਵਹ ਕਲਾਮ ਨਾਨਕ ਸੱਚਾ ਸੱਚ ਨਾਏ ਸੱਚ ਸਭਾ ਦੀਵਾਨ ਪੌੜੀ ਨਾਏ ਮੰਨਿਆ ਸੁਖ ਉਪਜੈ ਨਾਮੈ ਗਤ ਹੋਈ ਨਾਏ ਮੰਨਿਆ ਪਤ ਪਾਈਐ ਹਿਰਦੈ ਹਰ ਸੋਈ ਨਾਏ ਮੰਨਿਆ ਪਗ ਚਲ ਲੰਘੀਐ ਫਿਰ ਵਿਗਨ ਨਾ ਹੋਈ ਨਾਏ ਮੰਨਿਆ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਿਗੁਰ ਮਿਲਿਆ ਨਾਉ ਮੰਨੀਐ ਜਿਨ ਦੇਵੈ ਸੋਈ ਸ਼ਲੋਕ ਮਹਿਲਾ ਪਹਿਲਾ ਪੁਰੀਆਂ ਖੰਡਾਂ ਸਿਰ ਕਰੇ ਇੱਕ ਪੈਰ ਧਿਆਏ ਕੌਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲੇ ਦੇ ਕਿਸ ਉੱਪਰ ਕੋ ਟਿਕ ਟਿਕੈ ਕਿਸ ਨੂੰ ਜ਼ੋਰ ਕਰੇ ਕਿਸ ਨੂੰ ਕਹੀਏ ਨਾਨਕਾ ਕਿਸ ਨੂੰ ਪਰਤਾ ਦੇ ਹੁਕਮ ਰਹਾਏ ਆਪਣੇ ਮੂਰਖ ਆਪ ਗਣੇ ਮਹਿਲਾ ਪਹਿਲਾ ਹੈ ਨੇ ਆਖਾਂ ਕੋਟ ਕੋਟ ਕੋਟੀ ਹੂੰ ਕੋਟ ਕੋਟ ਆਖਾਂ ਸਦਾ ਸਦਾ ਕਹਿਨ ਨਾ ਆਵੇ ਤੋਟ ਨਾ ਹੋ ਥਕਾ ਨਾ ਠਾਕੀਆ ਏ ਵਡ ਰੱਖੈ ਜੋਤ ਨਾਨਕ ਚਸਿਉ ਚੁੱਪ ਬਿੰਦ ਉੱਪਰ ਆਖਨ ਦੋਸ਼ ਪੌੜੀ ਨਾਏ ਮੰਨਿਆ ਕੁਲ ਉਧਰੈ ਸਭ ਕੁਟੰਬ ਸਭਾਇਆ ਨਾਏ ਮੰਨਿਆ ਸੰਗਤ ਉਧਰੈ ਜਿਨ ਹਿਰਦੈ ਵਸਾਇਆ ਨਾਏ ਸੁਨ ਉਧਰੇ ਜਿਨ ਰਸਨ ਰਸਾਇਆ ਨਾਏ ਮੰਨਿਆ ਦੁਖ ਭੁਖ ਗਈ
जिन नाम चित लाया नानक नाम तिनी सा लाया जिन गुरु मिलाया श्लोक मैला पहला सबे राती सब दिन सब तिथि सब वार सबे रुति माँ सब सब तरती सब पार सबे पानी कौन सब सब अग्नि पाताल सबे पुरियां खंड सब सब लो लो आकार हुक्म न जापी केतड़ा कह ना सकी जयकार आखें थकें आख आख कर सिफती विचार तृण न पायो बकुड़ी नानक कहे गवार मैला पहला अखी परण जे फिरा देखा सब आकार पुछा ज्ञानी पंडिता पुछा वेद विचार पुछा देवा मानसा जोध करे अवतार सिद्ध समाधि सब सुनी जाए देखा दरबार अग्गै सच्चा सच नाए निरभौ तै विनसार होर कच्ची मक्की कच बिच अंधिया अंध विचार नानक करमी बंदगी नदर लगाए पार पौड़ी नाए मने दुर्मत गई मत कर बिटी आए आया नाम मने हो मैं गई सब रोग गवाया नाए मने नाम उपजै सहजे सुख पाया नाए मने शांत उपजै हर मन बसाया नानक नाम रतन है गुरमुख हर ਧਿਆਇਆ। ਜੀ ਇੱਕ ਸਵਾਲ ਸਾਡੇ ਕੋਲ ਇੱਥੇ ਆਇਆ, ਉਹ ਪਿੱਛੇ ਆਪਾਂ ਇੱਕ ਸ਼ਲੋਕ ਪੜ੍ਹ ਕੇ ਆਏ ਹਾਂ। ਉਹ ਸ਼ਲੋਕ ਕਿਉਂਕਿ ਲਿਖਿਆ ਬੋਲਿਆ ਸੁਣਿਆ ਪੜ੍ਹਿਆ ਹੀ ਇੰਨੀ ਵਾਰੀ ਗਿਆ, ਉਹਦੀਆਂ ਅਖੀਰਲੀਆਂ ਦੋ ਲਾਈਨਾਂ ਬਹੁਤ ਜ਼ਿਆਦਾ ਅਸੀਂ ਸੁਣ ਪੜ੍ਹ ਚੁੱਕੇ ਹਾਂ। ਕੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਏ, ਉਹਦੇ ਚੋਂ ਸਵਾਲ ਆ ਰਿਹਾ ਕਿ ਜਿਹੜਾ ਚੀਰੀ ਦਾ ਜ਼ਿਕਰ ਆ ਰਿਹਾ ਕਿ ਇਹ ਚੀਰੀ ਦਾ ਕੀ ਮਤਲਬ ਆ, ਜਾਂ ਉਹ ਸਾਰੇ ਸ਼ਲੋਕ ਦੇ ਵਿੱਚ ਜੋ ਭਾਵ ਸਾਡੇ ਸਾਹਮਣੇ ਆ ਰਿਹਾ ਉਹਦਾ ਕੀ ਮਤਲਬ ਹੈ। ਤਾਂ ਗੁਰੂ ਪਿਆਰਿਓ, ਉਹਦਾ ਮਤਲਬ ਹੈ, ਚੀਰੀ ਦਾ ਅਰਥ ਆ ਚਿੱਠੀ, ਅੱਖਰੀ ਅਰਥ ਉਹਦਾ ਬਣਦਾ ਚਿੱਠੀ। ਅਸੀਂ ਜਦੋਂ ਉਹਨੂੰ ਸਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਦਾ ਸਾਰੇ ਦਾ ਮਤਲਬ ਬਣਦਾ ਹੈ ਜੋ ਅਕਾਲ ਪੁਰਖ ਜੀ ਨੇ ਹੁਕਮ ਦੀ ਚਿੱਠੀ ਲਿਖੀ ਹੋਈ ਹੈ ਨਾ ਭਾਈ, ਸਾਰੇ ਹੀ ਉਸ ਹੁਕਮ ਦੀ ਚਿੱਠੀ ਦੇ ਉਸ ਚੀਰੀ ਦੇ ਅਧੀਨ ਹੀ ਚੱਲ ਰਹੇ ਆ। ਚੀਰੀ ਜਿਨ ਕੀ ਚੱਲਣਾ ਮੀਰ ਮਲਕ ਸਲਾਰ, ਜਿਹਦੀ ਚੀਰੀ 'ਚ ਜਿਹਦੇ ਹੁਕਮ 'ਚ ਸਾਰਿਆਂ ਨੇ ਚੱਲਣਾ ਹੈ ਭਾਈ। ਉਹਦੀ ਉਹ ਚੀਰੀ ਫਿਰਦੀ ਨਹੀਂ, ਉਹਦੀ ਉਹ ਚੀਰੀ ਮਿਟਦੀ ਨਹੀਂ, ਉਹ ਹੁਕਮ ਦੀ ਕਾਰ ਰੱਦ ਨਹੀਂ ਹੋ ਸਕਦੀ, ਉਹ ਬਦਲੀ ਨਹੀਂ ਜਾ ਸਕਦੀ। ਤਾਂ ਉਸੇ ਭਾਵ ਦੇ ਅੰਦਰ ਹੀ ਸਤਿਗੁਰੂ ਸਾਰੇ ਸ਼ਲੋਕ ਦੇ ਅੰਦਰ ਉਹਨੂੰ ਵਰਤਦਿਆਂ ਹੋਇਆਂ ਅਖੀਰ ਤੱਕ ਲੈ ਕੇ ਆਉਂਦੇ ਆ। ਔਰ ਆਪਾਂ ਪਹਿਲਾਂ ਵੀ ਇਹਦੇ ਬਾਰੇ ਵਿਚਾਰ ਕਰ ਚੁੱਕੇ ਹਾਂ ਕਿ ਅਸਲ 'ਚ ਸਾਡੇ ਸੁਣਨ ਪੜ੍ਹਨ ਦੇ ਵਿੱਚ ਇਹ ਫਰਕ ਜ਼ਰੂਰ ਪਿਆ ਹੋਇਆ ਕਿ ਅਸੀਂ ਜਦੋਂ ਮੌਤ ਦੀ ਗੱਲ ਆਉਂਦੀ ਆ ਅਸੀਂ ਸਿੱਧਾ ਹੀ ਇਹ ਮੰਨ ਕੇ ਬਹਿ ਜਾਂਦੇ ਆ ਕਿ ਭਾਈ ਇਹ ਤਾਂ ਸਰੀਰ ਦੀ ਮੌਤ ਆ, ਰੱਬ ਨੇ ਜਦੋਂ ਆਖਿਆ ਉਹਨੇ ਚੁੱਕ ਕੇ ਲੈ ਜਾਣਾ, ਜਦੋਂ ਉਹਨੇ ਭੇਜਿਆ ਉਦੋਂ ਅਸੀਂ ਧਰਤੀ ਤੇ ਆ ਜਾਣਾ। ਅਸੀਂ ਇੱਦਾਂ ਦੇ ਭਾਵ 'ਚ ਅਸਲ 'ਚ ਵਿਚਰਦੇ ਆ। ਮੈਂ ਤੁਹਾਡੇ ਸਾਹਮਣੇ ਥੋੜ੍ਹੀ ਦੇਰ ਪਹਿਲਾਂ ਹੀ ਇੱਕ ਸਤਿਗੁਰੂ ਜੀ ਦਾ ਵਾਕ ਪੜ੍ਹ ਕੇ ਹਟਿਆ, ਜਦੋਂ ਅਸੀਂ ਪੜ੍ਹ ਰਹੇ ਸਾਂ, ਜਾਂ ਗੁਰ ਕਹੈ ਉੱਠੋ ਮੇਰੇ ਭਾਈ। ਉੱਠੋ ਦਾ ਮਤਲਬ ਕੀ ਹੋਇਆ?
ਉਠੋ ਦਾ ਮਤਲਬ ਹੈ ਉੱਠਣਾ, ਭਾਵ ਜਿੱਥੇ ਅਸੀਂ ਫਸੇ ਹੋਏ ਹਾਂ ਉਹਦੇ ਚੋਂ ਬਾਹਰ ਨਿਕਲਣਾ। ਜਦੋਂ ਅਸੀਂ ਪੜ੍ਹਦੇ ਹਾਂ ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਉੱਠ ਦਾ ਮਤਲਬ ਕੀ ਹੋਇਆ? ਉੱਠ ਦਾ ਮਤਲਬ ਇਹ ਥੋੜੀ ਹੈ ਕਿ ਕੋਈ ਲੰਮੇ ਪਿਆ ਸੀ ਤੇ ਉਹ ਉੱਠ ਕੇ ਬਹਿ ਗਿਆ, ਲੱਤਾਂ ਨਾਲ ਤੁਰਨ ਲੱਗ ਗਿਆ। ਉੱਠ ਦਾ ਮਤਲਬ ਹੁੰਦਾ ਜਿਹੜੀ ਜ਼ਿੰਦਗੀ ਅਸੀਂ ਜੀ ਰਹੇ ਸਾਂ ਇਹਦੇ ਚੋਂ ਅਸੀਂ ਬਾਹਰ ਆਏ, ਉੱਭਰੇ। ਫਿਰ ਆਪਾਂ ਪੜ੍ਹਦੇ ਹਾਂ ਪਿਓ ਦਾਦੇ ਕਾ, ਹੁਣ ਸ਼ਬਦ ਵਰਤਦੇ ਅਸੀਂ ਪੜ੍ਹ ਰਹੇ ਹਾਂ ਖੋਲ ਡਿੱਠਾ ਖਜ਼ਾਨਾ। ਖੋਲ ਦਾ ਮਤਲਬ ਕੀ ਹੈ? ਖੋਲ ਦਾ ਮਤਲਬ ਇਹ ਥੋੜੀ ਹੈ ਕਿ ਅਸੀਂ ਰੁਮਾਲੇ ਦੇ ਵਿੱਚ ਇਦਾਂ ਇਦਾਂ ਕੀਤਾ ਸੀ ਤੇ ਫਿਰ ਅਸੀਂ ਉਹਨੂੰ ਰੁਮਾਲਾ ਇਦਾਂ ਹਟਾ ਕੇ ਵੇਖਿਆ ਫਿਰ ਖੋਲ ਕੇ ਵੇਖ। ਖੋਲ ਦਾ ਮਤਲਬ ਹੁੰਦਾ ਜਿਵੇਂ ਆਪਾਂ ਕਹਿੰਦੇ ਆ ਆਹ ਚੀਜ਼ ਸਮਝ ਨਹੀਂ ਲੱਗੀ, ਇਹਨੂੰ ਖੋਲ ਕੇ ਸਮਝਾਓ, ਭਾਵ ਵਿਸਥਾਰ ਨਾਲ, ਉਹਦੀ ਡੂੰਘਾਈ, ਉਹਦੀ ਚੌੜਾਈ, ਉਹਦੀ ਉਚਾਈ, ਉਹਨੂੰ ਹਰ ਇੱਕ ਪਾਸੇ ਤੋਂ ਵੇਖਣਾ ਵਿਚਾਰਨਾ, ਇਹਨੂੰ ਕਹਿੰਦੇ ਆ ਖੋਲਣਾ। ਤਾਂ ਜਦੋਂ ਅਸੀਂ ਸ਼ਬਦਾਂ ਦੇ ਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਫਿਰ ਸਾਨੂੰ ਪਤਾ ਲੱਗੇਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਅਸਲ 'ਚ ਜਿਹੜੀ ਗੱਲ ਸਾਡੇ ਪੱਲੇ ਪਾਉਣੀ ਚਾਹੁੰਦੇ ਆ। ਮਹਾਰਾਜ ਕਹਿੰਦੇ ਨੇ ਭਾਈ ਜਿਨ੍ਹਾਂ ਨੂੰ ਹੁਕਮ ਦੀ ਸਮਝ ਲੱਗਦੀ ਆ ਉਹ ਉੱਠ ਕੇ ਤੁਰਦੇ ਆ, ਉਹ ਉੱਠ ਕੇ ਜ਼ਿੰਦਗੀ ਜਿਉਣੀ ਸ਼ੁਰੂ ਕਰਦੇ ਆ। ਤੇ ਅਸੀਂ ਉਹਨੂੰ ਇਹ ਸਮਝ ਰਹੇ ਆ ਕਿ ਭਾਈ ਜਿਨ੍ਹਾਂ ਨੂੰ ਸੱਦਾ ਆ ਗਿਆ ਉਹ ਧਰਤੀ ਤੋਂ ਹੀ ਉੱਠ ਜਾਂਦੇ ਆ, ਅਸੀਂ ਉਹਨੂੰ ਇਸ ਭਾਵ 'ਚ ਲੈ ਰਹੇ ਆ। ਅਸਲ 'ਚ ਉਹਦੇ ਸਾਰੇ ਸ਼ਲੋਕ ਦੇ ਭਾਵ ਨੂੰ ਸਮਝਿਆ ਇਹ ਪਤਾ ਲੱਗਦਾ ਕਿ ਸਤਿਗੁਰੂ ਦਾ ਹੁਕਮ ਜਿਨ੍ਹਾਂ ਦੇ ਸਮਝ ਵਿੱਚ ਆਇਆ, ਜਿਨ੍ਹਾਂ ਨੂੰ ਉਹ ਸੱਦਾ ਪ੍ਰਵਾਨ ਹੋਇਆ, ਉਹ ਉੱਠ ਕੇ ਤੁਰਦੇ ਆ, ਉਹ ਚੱਲਣਾ ਸ਼ੁਰੂ ਕਰਦੇ ਆ। ਤਾਂ ਚੱਲਣ ਦਾ ਮਤਲਬ ਇਹ ਨਹੀਂਗਾ ਕਿ ਉਹ ਚਲਾਣਾ ਕਰ ਜਾਂਦੇ ਆ, ਚੱਲਣ ਦਾ ਮਤਲਬ ਹੈ ਜ਼ਿੰਦਗੀ ਜਿਉਣੀ ਉਸ ਤਰੀਕੇ ਨਾਲ ਸ਼ੁਰੂ ਕਰ ਦਿੰਦੇ ਆ। ਸੋ ਬਾਕੀ ਪਾਠ ਅਸੀਂ ਕੱਲ ਦੇ ਦੀਵਾਨ 'ਚ ਫੇਰ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ ਜੀ। ਸਮੇਂ ਸਿਰ ਆਇਓ ਤਾਂ ਕਿ ਜਿਹੜਾ ਰਹਿੰਦਾ ਪਾਠ ਆਪਾਂ ਉਹ ਸਾਰੇ ਰਲ ਮਿਲ ਕੇ ਕਰ ਸਕੀਏ ਜੀ। ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।